ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਆਪਾਂ ਕਰਨ ਜਾ ਰਹੇ ਹਾਂ ਨੰਬਰ ਸਿਸਟਮ ਦਾ ਅਗਲਾ ਚੈਪਟਰ, ਅਗਲਾ ਭਾਗ ਇਹਦਾ ਨੰਬਰ ਸਿਸਟਮ ਦਾ। ਦੇਖੋ ਨੰਬਰ ਸਿਸਟਮ ਦੇ ਵਿੱਚ ਆਪਾਂ ਹੁਣ ਤੱਕ ਕੀ ਕੁਛ ਕਰ ਚੁੱਕੇ ਆ ਉਹ ਤੁਸੀਂ ਦੇਖ ਲਓ ਇੱਕ ਬੱਚਾ ਨਾਲ। ਨੰਬਰ ਸਿਸਟਮ ਦੇ ਵਿੱਚ ਪਹਿਲਾਂ ਤਾਂ ਆਪਾਂ ਕਰੇ ਸੀ ਜੀ ਫਾਰਮੂਲੇ, a+b² a - b², ਇਹ ਸਾਰੇ ਫਾਰਮੂਲੇ। ਠੀਕ ਹੈ, ਹੁਣ ਤੁਹਾਡਾ ਕੰਮ ਕੀ ਆ, ਫਾਰਮੂਲੇ ਚੰਗੀ ਤਰ੍ਹਾਂ ਰਿਵੀਜ਼ਨ ਕਰ ਲਓ ਤੁਸੀਂ ਇਹ ਫਾਰਮੂਲਿਆਂ ਦੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਜਿਹੜਾ ਮੇਨ ਟੌਪਿਕ ਆ ਉਹ ਕੀਤਾ ਆਪਾਂ ਇਕਾਈ ਅੰਕ। ਠੀਕ ਹੈ, ਇਕਾਈ ਅੰਕ ਦੇ ਪ੍ਰਸ਼ਨ ਜਿਹੜੇ ਕੱਲ੍ਹ ਬੱਚਿਆਂ ਨੂੰ ਨਹੀਂ ਆਏ ਇੱਕ ਦੋ, ਉਹ ਆਪਾਂ ਇੰਡੇ ਡਿਸਕਸ ਕਰਾਂਗੇ। ਅਤੇ ਉਹ ਵੀ ਡਿਸਕਸ ਕਰਾਂਗੇ ਜਿਹੜੇ ਆਪਾਂ ਨੂੰ ਆਹ ਫਾਰਮੂਲੇ ਦੇ ਰਿਲੇਟਡ ਸਵਾਲ ਆਏ ਨਹੀਂ ਸੀ। ਠੀਕ ਹੈ ਜੀ, ਅਤੇ ਉਸ ਤੋਂ ਪਹਿਲਾਂ ਆਪਾਂ ਨਵਾਂ ਜਿਹੜਾ ਸਿਸਟਮ ਚਲਾਇਆ ਨਾ ਨੰਬਰ ਸਿਸਟਮ ਦਾ ਟੌਪਿਕ, ਉਹ ਆਪਾਂ ਕਰਨ ਜਾ ਰਹੇ ਹਾਂ। ਆਪਾਂ 4 ਤੋਂ 5 ਦਿਨਾਂ ਦੇ ਵਿੱਚ ਨੰਬਰ ਸਿਸਟਮ ਨਿਬੇੜ ਦੇਣੀ ਹੈ। ਠੀਕ ਹੈ ਜੀ, ਅਤੇ ਅਲੱਗ-ਅਲੱਗ ਕਿਤਾਬਾਂ ਦੇ ਵਿੱਚੋਂ ਆਪਾਂ ਸਵਾਲ ਕੱਢ ਕੇ ਲੈ ਕੇ ਆਵਾਂਗੇ। ਕੋਈ RS ਅਗਰਵਾਲ ਦੇ ਵਿੱਚੋਂ, ਕੋਈ ਕਿਰਨ ਦੀ ਬੁੱਕ ਦੇ ਵਿੱਚੋਂ। ਠੀਕ ਹੈ, ਜਾਂ ਜਿਹੜੇ ਕੋਈ ਪੰਜਾਬ ਦੇ ਪੇਪਰਾਂ 'ਚ ਆ ਚੁੱਕੇ ਆ। ਠੀਕ ਹੈ, ਸਾਰੇ ਕਿਤੋਂ ਅਲੱਗ-ਅਲੱਗ ਫੈਕਟਰ ਤੋਂ ਆਪਾਂ ਇਕੱਠੇ ਕਰਕੇ ਪ੍ਰਸ਼ਨ ਉੱਤਰ ਲੈ ਕੇ ਆਇਆ ਕਰਾਂਗੇ। ਦੇਖੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਨੰਬਰ ਸਿਸਟਮ ਦਾ ਭਾਗ ਦੂਜਾ। ਇਹਦੇ ਵਿੱਚ ਕੀ ਗੱਲ ਹੁੰਦੀ ਹੈ, ਦੇਖੋ ਪ੍ਰਸ਼ਨ ਕੀ ਆਊਗਾ ਤੁਹਾਨੂੰ, ਪ੍ਰਸ਼ਨ ਪੇਪਰ ਦੇ ਵਿੱਚ ਆ ਦਿੱਤਾ ਹੋਊਗਾ, ਮਤਲਬ ਜਿਵੇਂ ਤੁਹਾਨੂੰ ਸੰਖਿਆ ਦੇ ਦੇਣਗੇ ਇੱਕ, ਜਿਵੇਂ ਤੁਹਾਨੂੰ ਆਹ ਸੰਖਿਆ ਦਿੱਤੀ 95, ਆਹ ਸੰਖਿਆ ਦਿੱਤੀ ਤੁਹਾਨੂੰ ਪਹਿਲੀ। ਠੀਕ ਹੈ ਜੀ, ਜਿਵੇਂ ਤੁਹਾਨੂੰ ਲਿਖਤਾ 97532। ਇੱਕ ਤੁਹਾਨੂੰ ਕੋਈ ਹੋਰ ਸੰਖਿਆ ਦੇ ਦੇਣਗੇ ਨਾਲ 86669। ਠੀਕ ਹੈ, ਨਾਲ ਇੱਕ ਹੋਰ ਦੇ ਦੇਣਗੇ 75 79247। ਇੱਕ ਚੌਥੀ ਤੁਹਾਨੂੰ ਹੋਰ ਦੇ ਦੇਣਗੇ, ਆਪਦੇ ਕੋਲ ਹੀ ਮੰਨ ਲਓ ਕੋਈ ਮਰਜ਼ੀ 86121। ਠੀਕ ਹੈ, ਉਹ 'ਚ ਤੁਹਾਨੂੰ ਇਹ ਚਾਰੇ ਆਪਸ਼ਨਾਂ ਦੇ ਕੇ ਉਹ ਕੀ ਕਹਿਣਗੇ, ਨਾਲ ਇੱਕ ਤੁਹਾਨੂੰ ਪ੍ਰਸ਼ਨ ਦੇ ਦੇਣਗੇ, ਉੱਪਰ ਲਿਖਣਗੇ ਇਹਨਾਂ ਦੇ ਵਿੱਚੋਂ। ਠੀਕ ਹੈ ਜੀ, ਕਿਹੜੀ ਸੰਖਿਆ ਬੱਚੇ ਉਹ ਜਿਹੜੀ ਕਿ ਕਿਹੜੀ ਸੰਖਿਆ ਹੈ ਜਿਹੜੀ 2 'ਤੇ ਪੂਰੀ ਵੰਡੀ ਜਾਂਦੀ ਹੈ, 2 'ਤੇ ਪੂਰੀ ਵੰਡੀ ਜਾਂਦੀ ਹੈ। ਇਹ ਫਾਰਮੂਲੇ ਇਹਨਾਂ ਵਾਸਤੇ ਕਿਉਂਕਿ ਡਿਵਾਈਡਡ ਵਾਲਾ ਰੂਲ ਪੇਪਰ ਦੇ ਵਿੱਚ 1 ਨੰਬਰ ਦਾ ਪ੍ਰਸ਼ਨ ਇਹ 'ਚ ਪੁੱਛਿਆ ਜਾਂਦਾ ਹੁੰਦਾ। ਨੰਬਰ ਸਿਸਟਮ ਦੇ ਵਿੱਚੋਂ 2 ਜਾਂ 3 ਨੰਬਰਾਂ ਦੇ ਪ੍ਰਸ਼ਨ ਬਣ ਗਏ। ਇਕਾਈ ਅੰਕ ਵਾਲਾ ਤਾਂ ਬੱਚਤੀ ਪਿਆ, ਉਹਦਾ ਪੱਕਾ ਹੀ ਇਕਾਈ ਅੰਕ ਵਾਲਾ ਤਾਂ। ਠੀਕ ਹੈ, ਬਾਕੀ ਇੱਕ ਸੀਰੀਜ਼ ਵਾਲਾ ਹੁੰਦਾ, ਇੱਕ ਇਹਨਾਂ ਦੇ ਵਿੱਚੋਂ ਪ੍ਰਸ਼ਨ ਆਊਗਾ। ਠੀਕ ਹੈ, ਹੁਣ ਤੁਸੀਂ ਧਿਆਨ ਨਾਲ ਸਮਝੋ ਕਿਉਂਕਿ ਤੁਹਾਡਾ ਲੈਵਲ ਹੈਗਾ +2 ਤੱਕ ਦਾ, ਅਤੇ +2 ਤੱਕ ਦਾ ਲੈਵਲ ਆ ਤਾਂ ਕਰਕੇ ਤੁਹਾਨੂੰ ਇਹਦੇ ਵਿੱਚ ਪ੍ਰਸ਼ਨ ਆਉਂਦੇ ਫੁੱਲ ਚਾਂਸ ਹੈ। ਠੀਕ ਹੈ ਜੀ, ਦੇਖੋ ਹੁਣ ਕੀ ਕਰਾਂਗੇ ਆਪਾਂ ਇਹਦੇ ਵਿੱਚ। ਜਦੋਂ ਆਪਾਂ ਇੱਕ ਤਰੀਕਾ ਤਾਂ ਇਹ ਹੈ ਕਿ ਇਕੱਲੀ ਪਹਿਲਾਂ ਆਹ ਰਕਮ ਨੂੰ 2 'ਤੇ ਵੰਡ ਕੇ ਦੇਖੋ, ਆਹ ਰਕਮ ਨੂੰ 2 'ਤੇ ਵੰਡ ਕੇ ਦੇਖੋ, ਆਹ ਰਕਮ ਨੂੰ 2 'ਤੇ ਵੰਡ ਕੇ ਦੇਖੋ। ਠੀਕ ਹੈ, ਜੇ ਤਾਂ ਕਿਸੇ ਮਗਰ ਬਾਕੀ ਬਚਦਾ ਹੈਗਾ ਵੰਡੇ ਤੋਂ ਬਾਅਦ 2 'ਤੇ, ਫਿਰ ਤਾਂ ਸਮਝ ਲਓ ਉਹਦਾ ਆਨਸਰ ਹੈ ਨਹੀਂ। ਅਤੇ ਇੱਕ ਆਪਾਂ ਸ਼ਾਰਟਕਟ ਟਰਿੱਕਾਂ ਲੈ ਕੇ ਆਏ ਹਾਂ ਇਹ ਸਵਾਲਾਂ ਵਾਸਤੇ ਕਿ ਜਿਹੜੀ ਸੰਖਿਆ ਨੂੰ ਆਪਾਂ 2 'ਤੇ ਵੰਡਣਾ ਉਹਦੇ ਵਾਸਤੇ ਕੀ ਰੂਲ ਹੈ, 4 ਵਾਲੀ ਵਾਸਤੇ ਕੀ ਰੂਲ ਹੈ, 3 ਵਾਲੀ ਵਾਸਤੇ ਕੀ ਰੂਲ ਹੈ, 5 6 7 8 ਵਾਲੀ ਵਾਸਤੇ ਕੀ ਰੂਲ ਹੈ, ਉਹ ਸਾਰਾ ਕੁਛ ਆਪਾਂ ਹੁਣ ਕਰਾਂਗੇ। ਦੇਖੋ ਇਹਦੇ ਵਾਂਗ 2 ਪਿਆ ਨਾ, ਚੁੱਪ ਕਰਕੇ ਆਨਸਰ ਲਾ ਦਿਓ 2, ਇਹ ਹੋਊਗਾ ਟਰਿੱਕ ਵਾਲਾ ਆਨਸਰ। ਦੇਖੋ ਕਿਵੇਂ ਹੋਊਗਾ ਟਰਿੱਕ ਵਾਲਾ ਆਨਸਰ, ਦੇਖੋ ਧਿਆਨ ਨਾਲ ਸੁਣਿਓ। ਹੁਣ ਜਿਹੜੀ ਸੰਖਿਆ 2 'ਤੇ ਵੰਡੀ ਜਾਣੀ ਹੈ, ਮਤਲਬ ਆਪਾਂ ਨੂੰ 4 ਆਪਸ਼ਨਾਂ ਦੇ ਦਿੱਤੀਆਂ ਥੱਲੇ ਉਹਨਾਂ ਨੇ। ਠੀਕ ਹੈ, 4 ਆਪਸ਼ਨਾਂ ਦੇ ਦਿੱਤੀਆਂ, ਆਪਾਂ ਨੂੰ ਪੁੱਛਣਗੇ ਉਹ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਸੰਖਿਆ 2 'ਤੇ ਵੰਡੀ ਜਾਣੀ ਹੈ। ਇੱਕ ਤਾਂ ਇਹ ਤਰੀਕਾ ਤੁਸੀਂ ਇਕੱਲੀ ਨੂੰ 2 'ਤੇ ਵੰਡ ਕੇ ਦੇਖੋ, ਜਿਹੜੀ ਕਿ ਪ੍ਰੋਪਰ 2 'ਤੇ ਵੰਡੀ ਜਾਂਦੀ ਹੈ ਉਹੀ ਆਪਣਾ ਆਨਸਰ ਆਊਗਾ। ਇੱਕ ਤਾਂ ਇਹ ਤਰੀਕਾ ਹੈਗਾ, ਉਹਦੇ ਵਾਸਤੇ ਕੀ ਹੈ, ਪਹਿਲਾਂ ਇਹ 'ਤੇ ਤੁਹਾਡਾ ਟਾਈਮ ਖਰਚ ਹੋਊਗਾ, ਫਿਰ ਇਹ 'ਤੇ 25 ਤੋਂ 30 ਘੰਟੇ 'ਤੇ ਲੱਗ ਜਾਣਗੇ, 30 ਘੰਟੇ 'ਤੇ ਲੱਗ ਜਾਣਗੇ, 30 ਘੰਟੇ 'ਤੇ ਲੱਗ ਜਾਣਗੇ, 30 ਘੰਟੇ 'ਤੇ ਲੱਗ ਜਾਣਗੇ। ਠੀਕ ਹੈ, ਕਿੰਨੇ ਹੋ ਗਏ, 3 ਚੌਕੇ 12, 2 ਮਿੰਟ ਹੋ ਗਏ ਤੁਹਾਡੇ। ਠੀਕ ਹੈ, 2 ਮਿੰਟ, ਇੱਕ ਸਵਾਲ ਖਾ ਗਿਆ ਤੁਹਾਡਾ 2 ਮਿੰਟ। ਅਤੇ ਜੇ ਤੁਹਾਡੇ ਆਪਾਂ ਲਈ ਟਰਿੱਕ ਯਾਦ ਹੋਊਗੀ, ਤੁਸੀਂ ਕੀ ਕਰਨਾ, ਤੁਸੀਂ ਸਿਰਫ ਕੀ ਚੈੱਕ ਕਰਨਾ, 2 ਵਾਲੀ ਜਿਹੜੀ ਸੰਖਿਆ 2 'ਤੇ ਵੰਡੀ ਜਾਂਦੀ ਉਹਦੇ ਵਿੱਚ ਦੇਖਣਾ ਤੁਸੀਂ ਕਿ ਕਿਸੇ ਸੰਖਿਆ ਦੇ ਮਗਰ 2 4 8 6। ਠੀਕ ਹੈ, 2 4 8 6 ਤਾਂ 2 4 6 8 ਜਾਂ 0 ਕਿਸੇ ਸੰਖਿਆ ਮਗਰ ਆ ਰਿਹਾ ਤਾਂ ਉਹ ਸੰਖਿਆ ਡਾਇਰੈਕਟ ਹੀ 2 'ਤੇ ਵੰਡੀ ਜਾਊਗੀ ਬਸ। ਠੀਕ ਹੈ, ਉਹ ਸੰਖਿਆ ਡਾਇਰੈਕਟ ਹੀ 2 'ਤੇ ਵੰਡੀ ਜਾਊ। ਜਿਵੇਂ ਹੁਣ ਆਹ 32 ਹੈ, ਇਹਦੇ ਮਗਰ ਕਿੰਨਾ ਆ ਰਿਹਾ 2, ਤਾਂ ਇਹ ਸੰਖਿਆ ਤਾਂ ਆਪਾਂ ਸਿੱਧੀ ਟਿੱਕ ਲਾ ਦਾਂਗੇ ਜੀ, ਇਹ ਵੀ 2 'ਤੇ ਵੰਡੀ ਜਾਊ। ਇਹਦੇ ਮਗਰ 4 ਆ ਰਿਹਾ, ਇਹ ਵੀ 2 'ਤੇ ਵੰਡੀ ਜਾਊ। ਇਹਦੇ ਮਗਰ 6 ਆ ਰਿਹਾ, ਇਹਦੇ ਮਗਰ 8 ਆ ਰਿਹਾ, ਇਹਦੇ ਮਗਰ 0, ਸਾਰੀਆਂ ਵੰਡੀਆਂ ਜਾਣਗੀਆਂ। ਠੀਕ ਹੈ ਜੀ, ਇਹ ਤਰੀਕਾ ਹੈਗਾ ਸੌਖਾ। ਕਿੱਥੇ ਆਪਾਂ ਇਕੱਲੀ ਆਪਸ਼ਨ ਨੂੰ ਵੰਡ ਕੇ ਦੇਖਾਂਗੇ, ਕਿੱਥੇ ਆਪਾਂ ਡਾਇਰੈਕਟ ਪਿਛਲੇ ਅੱਖਰ ਚੈੱਕ ਕਰ ਲਾਂਗੇ। ਪਿਛਲੇ 4 ਆਪਸ਼ਨ ਦੇ ਵਿੱਚ ਕਿਸੇ ਆਪਸ਼ਨ ਦੇ ਮਗਰ 2 4 8 6 0 ਹੈਗਾ, ਜੇ ਤਾਂ ਹੈਗਾ ਉਹਨਾਂ 'ਚੋਂ ਇੱਕ ਆਪਸ਼ਨ ਦੇ ਵਿੱਚ ਹੀ ਹੋਊਗਾ ਕਿਸੇ 'ਚ, ਤਾਂ ਚੁੱਪ ਕਰਕੇ ਨਿਸ਼ਾਨੀ ਲਾ ਦਿਓ ਕਿ ਆਹ ਹੀ ਆ ਗਿਆ ਸਾਡਾ ਆਨਸਰ। ਠੀਕ ਹੈ, ਇਹ ਤੁਸੀਂ ਕਰਨੀ ਹੈ ਚੈੱਕ। ਦੇਖੋ ਅਗਲੀ ਗੱਲ ਆ ਗਈ, ਜੇ ਤੁਹਾਨੂੰ ਆਪਾਂ ਨੂੰ ਕੋਈ ਉਹਨਾਂ ਦੇ ਦਿੱਤੀਆਂ ਆਪਸ਼ਨਾਂ। ਠੀਕ ਹੈ, ਆਪਾਂ ਨੂੰ ਕੀ ਦਿੱਤਾ ਜੀ ਉਹਨਾਂ ਨੇ, ਆਪਾਂ ਨੂੰ ਫਿਰ ਦੇ ਦਿੱਤੀਆਂ ਰਕਮਾਂ। ਉਹਨਾਂ 'ਚ ਦੱਸੋ ਕਿ ਇਹਨਾਂ 'ਚੋਂ ਕਿਹੜੀ ਸੰਖਿਆ ਹੈਗੀ ਜਿਹੜੀ 3 'ਤੇ ਵੰਡੀ ਜਾਊਗੀ। ਮੰਨ ਲਓ ਆਪਾਂ ਨੂੰ ਉਹਨਾਂ ਨੇ ਆਹ ਦਿੱਤਾ, ਕੀ ਦਿੱਤਾ ਬੱਚਿਓ, ਇੱਕ ਮਿੰਟ। ਠੀਕ ਹੈ ਜੀ, ਉਹਨਾਂ ਨੇ ਆਪਾਂ ਨੂੰ ਕੀ ਦਿੱਤਾ, ਉਹਨਾਂ ਨੇ ਆਪਾਂ ਨੂੰ ਦਿੱਤਾ ਆਹ ਸਵਾਲ, ਆਹ ਰਕਮ ਦਿੱਤੀ ਉਹਨਾਂ ਨੇ ਆਪਾਂ ਨੂੰ, ਆਹ ਰਕਮ ਦਿੱਤੀ ਉਹਨਾਂ ਨੇ। ਕਿੰਨੀ ਦਿੱਤੀ ਜੀ ਆਪਾਂ ਨੂੰ, ਉਹਨਾਂ ਨੇ ਦਿੱਤੀ 96 34 21। ਅਤੇ ਇਹਦੇ ਨਾਲ ਆਪਾਂ ਨੂੰ 2 3 ਰਕਮਾਂ ਹੋਰ ਦੇ ਦਿੱਤੀਆਂ ਉਹਨਾਂ ਨੇ, 4 ਆਪਸ਼ਨ ਦਿੰਦੇ ਹੁੰਦੇ ਆ।
4 ਆਪਸ਼ਨ ਦੇ ਵਿੱਚੋਂ ਆਪਾਂ ਨੂੰ ਉਹਨਾਂ ਨੇ ਪੁੱਛ ਲਿਆ ਕਿ ਦੱਸੋ ਜੀ ਇਹਨਾਂ 'ਚੋਂ ਕਿਹੜੀ ਸੰਖਿਆ ਜਿਹੜੀ 3 ਤੇ ਪੂਰੀ ਵੰਡੀ ਜਾਊਗੀ। ਇੱਕ ਤਾਂ ਤੁਹਾਨੂੰ ਇਹ ਪਹਿਲਾਂ ਤਰੀਕਾ ਦੱਸਿਆ, ਪਹਿਲਾਂ 3 ਨੂੰ ਵੰਡ ਕੇ ਦੇਖੋ, ਪਹਿਲਾਂ ਆਹ ਰਕਮ ਨੂੰ 3 ਤੇ ਵੰਡ ਕੇ ਦੇਖੋ, ਫਿਰ ਆਹ ਰਕਮ ਨੂੰ 3 ਤੇ ਵੰਡ ਕੇ ਦੇਖੋ, ਫਿਰ ਆਹ ਰਕਮ ਨੂੰ 3 ਤੇ ਵੰਡ ਕੇ ਦੇਖੋ। ਜਦੋਂ ਆਪਾਂ ਇਹ ਕੰਮ ਦੇ ਵਿੱਚ ਪੈ ਗਏ ਬੱਚੋ, ਆਪਣਾ ਟਾਈਮ ਬਹੁਤ ਜ਼ਿਆਦਾ ਬਰਬਾਦ ਹੋ ਜਾਊਗਾ। ਤੁਸੀਂ ਬਸ ਉਹਦੇ ਟ੍ਰਿਕ ਕੀ ਲਾਉਣੀ ਹੈ, ਜਦੋਂ ਆਪਾਂ ਨੂੰ 3 ਤੇ ਵੰਡਣ ਦਾ ਸਵਾਲ ਆ ਜੇ ਤਾਂ ਉਹਦੇ ਵਿੱਚ ਇਹ ਟ੍ਰਿਕ ਕੰਮ ਕਰਦੇ, ਜਿੰਨੇ ਵੀ ਅੱਖਰ ਹੁੰਦੇ ਆ, ਠੀਕ ਹੈ। ਜਿਵੇਂ ਇੱਕ ਆਪਸ਼ਨ ਚੱਕ ਲਓ, ਪਹਿਲੀ ਆਪਸ਼ਨ ਚੱਕ ਲਈ, ਮੰਨ ਲਓ 9 + 6 + 3 + 4 + 2, ਇਹਨਾਂ ਨੂੰ ਸਾਰਿਆਂ ਨੂੰ ਜੋੜ ਦਓ ਆਪਸ ਦੇ ਵਿੱਚ। ਜੋੜ ਕੇ ਕਿੰਨਾ ਆ ਜਾਊਗਾ? 9 ਤੇ 6 15, 16 17 18, 18 ਤੇ 4 22, 22 ਤੇ 24। ਹੁਣ ਦੇਖੋ 24 ਜਿਹੜਾ ਆਉਂਦਾ, ਇਹ 30 ਦੇ ਪਹਾੜੇ 'ਚ ਆਉਂਦਾ ਜੀ। 8 ਤੇ 24, ਇਹਦਾ ਮਤਲਬ ਇਹ ਪ੍ਰੋਪਰ ਵੰਡਿਆ ਜਾਂਦਾ ਅਤੇ ਆਪਣਾ ਆਨਸਰ ਕਿਹੜਾ ਆ ਗਿਆ ਜੀ? ਆਹ ਆਪਣਾ ਆਨਸਰ ਆ ਗਿਆ। ਜਿਵੇਂ ਇੱਕ ਐਗਜ਼ਾਮਪਲ ਇਹਨਾਂ ਨੇ ਹੋਰ ਦਿੱਤੀ ਵੀ ਆਪਾਂ ਨੂੰ, ਆਹ ਵਾਲੀ, ਠੀਕ ਹੈ। ਦੇਖ ਲਓ, ਜਦੋਂ ਆਪਾਂ ਕਿਸੇ ਚੀਜ਼ ਨੂੰ 3 ਤੇ ਵੰਡਣਾ, ਜਿਹੜੀਆਂ ਆਪਾਂ ਆਪਸ਼ਨਾਂ ਦਿੱਤੀਆਂ ਹੋਣਗੀਆਂ ਉਹਨਾਂ ਦਾ ਡਾਇਰੈਕਟ ਹੀ ਜੋੜ ਕਰ ਲਓ। ਜਿਵੇਂ ਆਹ ਕਰ ਲਿਆ, 8 ਤੇ 4 12, 12 ਤੇ 6 18, 18 ਤੇ 5 23, 23 ਤੇ 7 ਇਹ ਹੋ ਗਿਆ ਜੀ 30। 30 ਆਉਂਦਾ, 30 ਦੇ ਪਹਾੜੇ 'ਚ ਆਉਂਦਾ ਜੀ। 10 30 30, ਸਮਝ ਲਓ ਕਿ ਇਹ ਵੀ ਪੂਰੀ ਦੀ ਪੂਰੀ ਵੰਡੀ ਜਾਂਦੀ ਹੈ, ਠੀਕ ਹੈ ਜੀ। ਦੇਖੋ, ਜੇ ਤਾਂ ਆਪਾਂ ਉਹਨੇ ਪੁੱਛ ਲਿਆ ਕਿ ਇਹਨਾਂ 'ਚੋਂ ਕਿਹੜੀ ਸੰਖਿਆ, 4 ਆਪਸ਼ਨ ਦੇ ਦੇਣਗੇ ਕਿ ਕਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੈ, ਤਾਂ ਉਹਦੇ 'ਚ ਆਪਾਂ ਕੀ ਚੈੱਕ ਕਰਨਾ? ਮਗਰਲੇ ਪਾਸੇ ਉਹਦਾ ਚੈੱਕ ਕਰਨਾ ਜੀ ਆਪਾਂ 2 4 8 6 0 ਕੀ ਇਹਨਾਂ 'ਚ ਆਉਂਦਾ ਕਿ ਨਹੀਂ ਆਉਂਦਾ। ਜਦੋਂ ਆਪਾਂ ਨੂੰ ਅਗਲਾ ਪ੍ਰਸ਼ਨ ਇਹ ਪਤਾ ਕਿ ਇਹਨਾਂ 'ਚ ਦੱਸੋ ਕਿਹੜੀ ਸੰਖਿਆ 3 ਤੇ ਵੰਡੀ ਜਾਂਦੀ, ਉਹਦੇ 'ਚ ਕੀ ਕਰਨਾ? ਜਿਹੜੀ ਆਪਾਂ ਨੂੰ ਸੰਖਿਆ ਦਿੱਤੀ ਹੋਊਗੀ ਉਹਨਾਂ ਦੇ ਸਾਰੇ ਅੰਕ ਆ ਜਿਹੜੇ ਆਪਸ ਦੇ ਵਿੱਚ ਜੋੜ ਲਓ। ਜਿੰਨਾਂ ਦਾ ਜੋੜ ਆ ਗਿਆ ਉਹਨੂੰ ਵੰਡ ਕੇ ਦੇਖੋ 3 ਤੇ। ਜਦੋਂ 3 ਤੇ ਵੰਡਿਆ ਜਾਂਦਾ ਹੈਗਾ, ਸਮਝ ਲਓ ਫਿਰ ਤਾਂ ਉਹੀ ਆਨਸਰ ਹੈ। ਜੇ ਉਹ 3 ਤੇ ਨਹੀਂ ਵੰਡਿਆ ਜਾਂਦਾ, ਕਿਸੇ ਦਾ 31 ਆ ਰਿਹਾ, ਕਿਸੇ ਦਾ 32 ਆ ਰਿਹਾ, ਸਮਝ ਲਓ ਕਿ ਉਹ ਆਪਸ਼ਨ ਆਪਣੀਆਂ ਗਲਤ ਹੈ ਡਾਇਰੈਕਟ, ਠੀਕ ਹੈ ਜੀ। ਕਲੀਅਰ ਹੋ ਗਿਆ ਤੁਹਾਨੂੰ ਸਾਰਿਆਂ ਨੂੰ? ਹੁਣ ਆਪਾਂ ਆ ਗਏ ਆਪਸ਼ਨ ਨੰਬਰ 4 ਤੇ, ਸਵਾਲ ਤੀਸਰੇ ਤੇ। ਜੇ ਆਪਾਂ ਨੂੰ ਕਹਿ ਦੇਣ ਉਹ ਕਿ ਭਾਈ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਸੰਖਿਆ 4 ਤੇ ਵੰਡੀ ਜਾਣੀ ਹੈ। ਆਪਸ਼ਨ ਦੇ ਦੇਣਗੇ ਕਿਹੜੀ ਸੰਖਿਆ 4 ਤੇ ਵੰਡੀ ਜਾਣੀ ਹੈ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਕਿਹੜੀ ਸੰਖਿਆ 4 ਤੇ ਵੰਡੀ ਜਾਣੀ, 2 ਵਾਲੀ ਤਾਂ ਆਪਾਂ 2, ਜਦੋਂ ਆਪਾਂ ਨੂੰ ਦੱਸਤਾ ਕਿਸੇ ਨੇ ਕਿ 2 ਤੇ ਕਿਹੜੀ ਸੰਖਿਆ ਵੰਡੀ ਜਾਂਦੀ, ਉਹ 'ਚ ਆਪਾਂ ਪਿਛਲਾ ਅੰਕ ਦੇਖਾਂਗੇ 0 2 4 6 8। ਜੇ ਆਪਾਂ 3 ਤੇ ਵੰਡਣਾ ਤਾਂ ਆਪਾਂ ਕੀ ਕਰਾਂਗੇ? ਸਾਰੇ ਜਿਹੜੀ ਵੀ ਅੰਕਾਂ ਨੂੰ ਜੋੜ ਕੇ, ਜਿਹੜਾ ਜੋੜ ਆ ਜਾਊਗਾ ਉਹਨੂੰ ਆਪਾਂ 3 ਤੇ ਵੰਡ ਕੇ ਦੇਖਾਂਗੇ। ਜੇ 3 ਤੇ ਵੰਡਿਆ ਜਾਂਦਾ ਬੱਚਿਓ, ਫਿਰ ਤਾਂ ਆਪਣਾ ਉਹ ਆਨਸਰ ਰਹੇਗਾ। ਜੇ ਨਹੀਂ ਵੰਡਿਆ ਜਾਂਦਾ ਤਾਂ ਫਿਰ ਆਪਾਂ ਅਗਲੀ ਆਪਸ਼ਨ ਚੱਕ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਾਅਦ ਆ ਗਈ ਆਪਣੇ ਕੋਲ, ਜੇਕਰ ਆਪਾਂ ਨੂੰ 4 ਆਪਸ਼ਨਾਂ ਦੇ ਦਿੱਤੀਆਂ ਉਹਨਾਂ ਨੇ, 4 ਆਪਸ਼ਨਾਂ ਦੇ ਕੇ ਬੱਚੇ ਉਹਨਾਂ ਨੇ ਆਪਾਂ ਨੂੰ ਕਹਿਤਾ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਸੰਖਿਆ 4 ਤੇ ਵੰਡੀ ਜਾਂਦੀ ਹੈ। ਇਹ ਕਿਵੇਂ ਕਰਾਂਗੇ? ਦੇਖੋ, ਜਿਵੇਂ ਕੋਈ ਐਗਜ਼ਾਮਪਲ ਵਜੋਂ ਉਹਨਾਂ ਨੇ ਦਿੱਤੀ ਹੈ 97 81 32, ਕਹਿੰਦੇ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜੀ ਸੰਖਿਆ 4 ਤੇ ਵੰਡੀ ਜਾਂਦੀ ਹੈ। ਐਂ ਆਪਸ਼ਨਾਂ 4 ਹੋਰ ਵੀ ਦਿੱਤੀਆਂ ਹੋਣਗੀਆਂ ਉਹਨਾਂ ਨੇ ਨਾਲ 3। ਤਾਂ ਇਹ 4 ਵਾਲੇ 'ਚ ਤੁਸੀਂ ਕੀ ਕਰਨਾ? 4 ਵਾਲੇ 'ਚ ਤੁਸੀਂ ਨਾ ਐਂਡ ਤੇ ਇਕਾਈ ਤੇ ਦਹਾਈ ਅੰਕ ਚੱਕ ਲਓ ਇਕੱਲਾ, ਬਸ ਇਕਾਈ ਅੰਕ ਤੇ ਦਹਾਈ ਅੰਕ ਚੱਕ ਲਓ। 4 ਵਾਲੇ ਪਿਛਲੇ 2 ਅੱਖਰ ਚੱਕ ਲਏ। ਇਹ ਦੋਵਾਂ ਨੂੰ ਤੁਸੀਂ ਜਿਹੜਾ ਜਿਹਦੇ ਵੰਡਣ ਨੂੰ ਕਿਹਾ ਉਹ 'ਤੇ ਵੰਡ ਕੇ ਦੇਖ ਲਓ। 4 ਤੇ ਵੰਡਿਆ ਜਾਂਦਾ, 8 ਚੌਂਕਾ 32 ਦਾ ਇਹਦਾ ਮਤਲਬ ਕੀ ਆਨਸਰ ਜੀ ਇਹਦਾ? ਕਿ ਇਹ ਰਕਮ ਬਿਲਕੁਲ ਸਹੀ ਹੈ ਜਿਹੜੀ ਕਿ ਆਪਣੇ 4 ਤੇ ਵੰਡੀ ਜਾ ਰਹੀ ਹੈ। ਓਕੇ ਜੀ, ਆ ਗਈ ਸਮਝ? 30 ਵਾਲੇ 'ਚ ਅੰਕ ਜੋੜ ਦੇਣੇ ਆ, 4 ਵਾਲੇ 'ਚ ਪਿਛਲੇ 2 ਅੰਕ ਚੱਕ ਲੈਣੇ। ਇਸ ਤੋਂ ਬਾਅਦ ਪੰਜਵਾਂ ਸਭ ਤੋਂ ਸੌਖਾ ਹੈਗਾ। ਜੇ ਆਪਾਂ ਨੂੰ ਉਹਨਾਂ ਨੇ ਕਹਿਤਾ ਕਿ ਇਹਨਾਂ ਵਿੱਚੋਂ ਦੱਸੋ ਜੀ, 4 ਆਪਸ਼ਨਾਂ ਦੇ ਦਿੱਤੀਆਂ, ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜੀ ਸੰਖਿਆ ਬੱਚਿਓ ਜਿਹੜੀ 5 ਤੇ ਵੰਡੀ ਜਾਣੀ ਹੈ, ਤਾਂ ਤੁਸੀਂ ਚੁੱਪ ਕਰਕੇ ਚੈੱਕ ਕਰੋ ਕਿ ਕਿਸੇ ਰਕਮ ਦੇ ਮਗਰ 5 ਆ ਰਿਹਾ, ਜਿਹੜੀ ਤੁਹਾਨੂੰ ਆਪਸ਼ਨ ਦਿੱਤੀ ਵੀ ਕਿਸੇ ਦੇ ਮਗਰ 5 ਆ ਰਿਹਾ ਜਾਂ 0 ਆ ਰਿਹਾ। ਜੇ ਕਿਸੇ ਦੇ ਮਗਰ 5 ਜਾਂ 0 ਆ ਰਿਹਾ ਹੈਗਾ ਤਾਂ ਉਹ ਸਿੱਧੀ ਵੰਡੀ ਜਾਊਗੀ ਜੀ 5 ਤੇ। ਹੁਣ ਅੱਧੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਵਹਿਮ ਹੋਊਗਾ ਕਿ ਸਰ 0 ਵਾਲੀ ਤਾਂ 2 ਤੇ ਵੀ ਵੰਡੀ ਜਾ ਸਕਦੀ ਹੈ, ਜਿਹਦੇ ਮਗਰ 0 ਆਊਗੀ ਉਹ ਤਾਂ 2 ਤੇ ਵੀ ਵੰਡੀ ਜਾ ਸਕਦੀ ਹੈ, ਉਹ ਵੀ ਵੰਡੀ ਜਾ ਸਕਦੀ ਹੈ। ਪਰ ਪੁੱਤ ਉਹ ਨਾ ਜਿਹੜੀ ਰਕਮ ਦੇਣਗੇ ਤੁਹਾਨੂੰ, ਉਹ ਇਸ ਹਿਸਾਬ 'ਤੇ ਦੇਣਗੇ, ਜਾਂ ਤਾਂ ਉਹਦੇ ਵਿੱਚ 0 ਆਊਗੀ ਆਪਸ਼ਨ ਦੇ ਵਿੱਚ, ਜਾਂ ਆਪਸ਼ਨ ਦੇ ਵਿੱਚ ਤੁਹਾਨੂੰ 5 ਮਿਲੂਗੀ, ਠੀਕ ਹੈ। ਦੋਨਾਂ ਦੇ ਵਿੱਚ ਇੱਕ ਆਪਸ਼ਨ ਮਿਲੂ ਤੁਹਾਨੂੰ, ਇਕੱਠੀਆਂ ਕਦੇ ਨਹੀਂ ਮਿਲਣਗੀਆਂ। ਓਕੇ, ਇਸ ਤੋਂ ਬਾਅਦ ਆ ਗਈ ਆਪਣੀ ਗੱਲ 6ਵੇਂ ਦੀ। ਕਹਿੰਦੇ ਕਿਸੇ ਨੇ ਆਪਾਂ ਨੂੰ ਪ੍ਰਸ਼ਨ ਪਤਾ 4 ਆਪਸ਼ਨਾਂ ਦੇ ਦਿੱਤੀਆਂ, 4 ਆਪਸ਼ਨਾਂ ਦੇ ਕੇ ਉਹਨਾਂ ਨੇ ਕੀ ਕਹਿਤਾ ਬੱਚਿਓ, ਆਪਾਂ ਨੂੰ ਕਹਿਤਾ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਸੰਖਿਆ 6 ਤੇ ਵੰਡੀ ਜਾਂਦੀ ਹੈ। ਜਮਾ 3 ਤੇ ਕੋਈ ਰਕਮ ਵੰਡੀ ਜਾਂਦੀ ਹੈ, ਜਾਂ 6 ਤੇ ਕੋਈ ਵੰਡੀ ਜਾਂਦੀ, 9 ਤੇ ਵੰਡੀ ਜਾਂਦੀ ਹੈ। ਇਹਨਾਂ ਤਿੰਨਾਂ ਦਾ ਫਾਰਮੂਲਾ ਸੇਮ ਹੈ। ਤਾਂ ਉਵੇਂ ਜਿਵੇਂ ਕੀ ਕਰਾਂਗੇ ਆਪਾਂ ਇਹਦੇ ਵਿੱਚ, ਜਿਹੜੇ ਸਮਝ ਲਓ ਕਿ ਕੋਈ ਰਕਮ ਆਪਾਂ 6 ਤੇ ਵੰਡਣੀ ਹੈ, ਅਤੇ ਆਪਾਂ ਨੂੰ ਦੇਤਾ ਉਹਨਾਂ ਨੇ 6 6 2 ਆਹ ਦੇਤੀ ਰਕਮ, ਠੀਕ ਹੈ। ਆਪਾਂ ਨੂੰ ਕਹਿੰਦਾ ਕਿ ਦੱਸੋ ਜੀ 6 ਤੇ ਵੰਡੀ ਜਾਂਦੀ ਕਿ ਨਹੀਂ ਵੰਡੀ ਜਾਂਦੀ। ਆਪਾਂ ਕੀ ਕਰਾਂਗੇ? 3 6 9, ਇਹਨਾਂ ਤਿੰਨਾਂ ਦਾ ਇੱਕ ਫਾਰਮੂਲਾ ਹੀ ਹੁੰਦਾ ਹੈਗਾ। ਆਪਾਂ 6 + 6 + 2 + 2 + 2 ਕਰਾਂਗੇ, 12 13 14 15 16 17 18, ਕਿੰਨਾ ਆ ਗਿਆ ਜੋੜ? 18 ਆ ਗਿਆ। 18 6 ਤੇ ਵੰਡਿਆ ਜਾਂਦਾ ਜੀ। ਤਾਂ ਇਹਦਾ ਮਤਲਬ ਆਨਸਰ ਕੀ ਆ ਗਿਆ? ਦਾ ਆਨਸਰ ਬਿਲਕੁਲ ਸਹੀ ਹੈ,
ठीक है 3 6 9 का एक ही फार्मूला। इस तो बाद आ गया आप 7वें ते। 7वें आपको की कहणगे आपको 4 ऑप्शन फिर देणगे। 4 ऑप्शन दे के कहणगे कि इन्हां विचों किहड़ी ऑप्शन आ बच्चिओ ਜਿਹੜੀ कि 7 ਦੇ पूरी पूरी ਵੰਡੀ ਜਾਂਦੀ ਹੈ। ਉਹਦੇ ਵਿੱਚ ਆਪਾਂ ਕੀ ਕਰਨਾ, ਉਹਦੇ ਵਿੱਚ ਆਪਾਂ ਇਕਾਈ ਅੰਕ ਛੱਡ ਕੇ ਪਿਛਲੇ ਦੋ ਅਗਲੇ ਜਿੰਨੇ ਵੀ ਬਾਕੀ ਅੰਕ ਰਹਿ ਗਏ ਉਹ ਆਪਾਂ ਚੱਕ ਲੈਣੇ। ਦੇਖੋ ਜਿਵੇਂ ਕਿ ਆਪਸ਼ਨ ਵਜੋਂ ਆਪਾਂ ਨੂੰ ਦਿੱਤਾ ਉਹਨਾਂ ਨੇ 882 ਦਿੱਤਾ, ਇੱਥੇ ਉਹਨਾਂ ਨੇ ਕੀ ਦਿੱਤਾ ਆਪਾਂ ਨੂੰ 882 ਦਿੱਤਾ। ਹੁਣ ਆਪਾਂ ਸਭ ਤੋਂ ਪਹਿਲਾਂ 882 ਵਾਲੀ ਆਪਸ਼ਨ ਚੱਕ ਕੇ ਦੇਖਦੇ ਹਾਂ ਕਿ 7 ਦੇ ਵੰਡੀ ਜਾਂਦੀ ਹੈ। ਉਹਦੇ ਵਾਸਤੇ ਕੀ ਕਰੋ 882 ਵਾਲੀ ਆਪਸ਼ਨ ਚੱਕ ਲਓ, ਵਿੱਚ ਇਕਾਈ ਅੰਕ ਹਮੇਸ਼ਾ ਛੱਡ ਦਿਓ 7 ਵਾਲੇ 'ਚ। ਜਦੋਂ ਆਪਾਂ 7 ਦੇ ਕੋਈ ਰਕਮ ਵੰਡਣੀ ਹੋਵੇ ਨਾ ਉਹਦਾ ਇਕਾਈ ਅੰਕ ਬੱਚੋ ਛੱਡ ਦਿਓ ਅਤੇ ਪਿੱਛੇ ਜਿਹੜਾ ਟੋਟਾ ਰਹਿ ਗਿਆ 88 ਰਹਿ ਗਿਆ। 88 ਨੂੰ ਇੱਕ ਵਾਰੀ ਤਾਂ ਦੁੱਗਣਾ ਕਰ ਦਿਓ, ਕਹਿੰਦਾ ਮਤਲਬ 2 ਨਾਲ ਗੁਣਾ ਕਰ ਦਿਓ, ਇੱਕ ਵਾਰੀ 'ਚੋਂ 2 ਘਟਾ ਦਿਓ। 88 ਨੂੰ ਜਦੋਂ 2 ਵਾਰੀ ਗੁਣਾ ਕੀਤੀ ਆਪਾਂ ਕਿੰਨਾ ਹੋ ਗਿਆ 16 176 ਅਤੇ 176 ਦੇ ਵਿੱਚੋਂ ਬੱਚੋ ਜਦੋਂ ਆਪਾਂ 2 ਘਟਾਏ ਮਗਰ ਕਿੰਨਾ ਰਹਿ ਗਿਆ ਆਨਸਰ 174 ਆ ਗਿਆ। ਠੀਕ ਹੈ ਜੇ ਉਹ 174 ਆ ਗਿਆ ਓਕੇ, ਅਤੇ 174 ਨੂੰ ਆਪਾਂ 7 ਦੇ ਵੰਡ ਕੇ ਦੇਖ ਲਓ। 7 ਦੂਣੀ 14 ਤਾਂ ਇਹ ਤੁਸੀਂ ਦੇਖ ਲਓ ਇਹ ਆਪਸ਼ਨ ਹੈ ਜਿਹੜੀ ਉਹ ਵੰਡੀ ਨਹੀਂ ਜਾ ਰਹੀ। ਓਕੇ ਜੀ ਠੀਕ ਹੈ ਜੀ, ਉਹਨੂੰ ਤੁਸੀਂ ਵੰਡ ਕੇ ਦੇਖਣਾ ਹੈਗਾ। ਜਿਵੇਂ ਕੋਈ ਵੀ ਰਕਮ ਆਪਾਂ ਨੂੰ ਦੇਤੀ ਉਹਨਾਂ ਨੇ, ਦੁਬਾਰੇ ਫੇਰ ਸਮਝ ਲਓ ਕੋਈ ਵੀ ਰਕਮ ਦੇਤੀ ਉਹਨਾਂ ਨੇ, ਮਤਲਬ 880 ਦਿੱਤਾ, ਇਹਦਾ ਇਕਾਈ ਅੰਕ ਛੱਡ ਕੇ ਜਿਹੜੀ ਸੰਖਿਆ ਬਚ ਗਈ ਇਹਦਾ ਦੁੱਗਣਾ ਕਰ ਦਿਓ ਇੱਕ ਵਾਰੀ, ਦੁੱਗਣਾ ਕਰਕੇ ਜੋ 2 ਮਾਈਨਸ ਕਰ ਦਿਓ। ਠੀਕ ਹੈ ਜਿਵੇਂ ਆਪਾਂ 88 ਦਾ ਦੁੱਗਣਾ ਕੀਤਾ 8 ਦੂਣੀ 16 16 ਦੇ 17 176 ਹੋ ਗਏ। 176 ਦੇ ਵਿੱਚੋਂ 2 ਘਟਾਏ ਕਿੰਨਾ ਰਹਿ ਗਿਆ ਬੱਚੋ ਮਗਰ 174, ਅਤੇ 174 ਨੂੰ ਜਦੋਂ ਆਪਾਂ 7 'ਤੇ ਵੰਡਿਆ ਤਾਂ 7 ਦੂਣੀ 14 3 7 ਚੌਂਕਾ 32 ਕਹਿੰਦਾ ਮਤਲਬ 2 ਬਾਕੀ ਬਚ ਗਏ। ਇਹ ਸੰਖਿਆ ਇਹ 'ਤੇ ਨਹੀਂ ਡਿਵਾਈਡ ਹੋ ਰਹੀ। ਠੀਕ ਹੈ ਤਾਂ ਆਪਾਂ ਨੂੰ ਜਿਹੜੀ ਸੰਖਿਆ ਦੇਣਗੇ ਆਪਾਂ ਉਹ ਵੰਡ ਕੇ ਦੇਖ ਲਾਂਗੇ। ਇੱਕ ਤਾਂ ਇਹ ਤਰੀਕਾ ਹੈਗਾ, ਇੱਕ ਤਰੀਕਾ ਹੈਗਾ ਕਿ ਡਾਇਰੈਕਟ ਕੱਲੀ ਨੂੰ ਵੰਡ ਕੇ ਦੇਖ ਲਓ 7 'ਤੇ। ਠੀਕ ਹੈ ਜਿਹਨੂੰ ਇਹ ਫਾਰਮੂਲਾ ਔਖਾ ਲੱਗਦਾ ਉਹਦੇ ਵਾਸਤੇ ਇਹ ਹੈ ਕਿ ਜਿਹੜੀਆਂ ਆਪਸ਼ਨ ਦਿੱਤੀਆਂ ਉਹਨੇ ਕੱਲੀ ਨੂੰ 7 ਕਿਤੇ ਵੰਡ ਕੇ ਦੇਖ ਲਓ। ਇਸ ਤੋਂ ਬਾਅਦ ਆਪਾਂ ਨੂੰ ਦੇਣਗੇ ਜੀ ਉਹਨੇ ਕਹਿੰਦਾ ਕਿ 4 ਆਪਸ਼ਨਾਂ ਫਿਰ ਦੇ ਦਿੱਤੀਆਂ। 4 ਆਪਸ਼ਨ ਦੇ ਕੇ ਉਹਨਾਂ ਨੇ ਕਹਿਤਾ ਕਿ ਆਪਾਂ ਨੂੰ ਕਿ ਦੱਸੋ ਬੱਚੋ ਇਹਨਾਂ ਦੇ ਵਿੱਚੋਂ ਕਿਹੜੀ ਸੰਖਿਆ ਜਿਹੜੀ ਕਿ 8 'ਤੇ ਵੰਡੀ ਜਾਊਗੀ। ਇਹਦੇ ਵਿੱਚ ਕੀ ਕਰਨਾ ਆਪਾਂ ਐਤਕੀ 8 ਵਾਲੀ 'ਚ ਕੀ ਕਰਨਾ, 8 ਵਾਲੀ ਜਿਵੇਂ ਆਪਾਂ ਨੂੰ ਆਹ ਸੰਖਿਆ ਦਿੱਤੀ ਹੋਈ ਹੈ 679 54 16। ਠੀਕ ਹੈ 54 16। ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਇਕਾਈ ਦਹਾਈ ਸੈਂਕੜਾ 3 ਅੰਕ ਚੱਕਾਂਗੇ ਮਗਰਲੇ। ਇਹ 3 ਅੰਕ ਚੱਕ ਕੇ ਜਿਵੇਂ 416 ਚੱਕ ਲਿਆ, ਇਹਨੂੰ ਆਪਾਂ ਹੁਣ 8 'ਤੇ ਵੰਡ ਕੇ ਦੇਖਾਂਗੇ। 8 5 40 8 ਦੂਣੀ 16। ਇਹ ਪੂਰੀ ਵੰਡੀ ਜਾਂਦੀ ਹੈ ਤਾਂ ਇਹਦਾ ਮਤਲਬ ਜੀ ਆਹ ਆਪਣੀ ਆਪਸ਼ਨ ਆਨਸਰ ਹੈ। ਇਹ ਆਪਸ਼ਨ ਹੈਗੀ ਜਿਹੜੀ 8 'ਤੇ ਡਾਇਰੈਕਟ ਵੰਡੀ ਜਾਊਗੀ। ਨਹੀਂ ਆਪਾਂ ਨੂੰ ਹੁਣ ਐਡੀਆਂ ਰਕਮਾਂ ਦੇ ਦਿੱਤੀਆਂ ਉਹਨੂੰ ਪਹਿਲਾਂ ਆਪਾਂ 8 'ਤੇ ਵੰਡਾਂਗੇ, ਇਹ ਰਕਮ ਨੂੰ ਮੁੜ ਕੇ ਜਿਹੜੀ ਅਗਲੀ ਆਪਸ਼ਨ ਹੋਊ ਉਹਨੂੰ 8 'ਤੇ ਵੰਡਾਂਗੇ, ਫਿਰ ਤੀਸਰੀ ਨੂੰ 8 'ਤੇ ਵੰਡਾਂਗੇ, ਫਿਰ ਚੌਥੀ ਨੂੰ 8 'ਤੇ ਵੰਡਾਂਗੇ। ਐਂ ਕਰਕੇ ਆਪਣਾ ਸਵਾਲ ਕਾਫੀ ਲੰਮਾ ਹੋ ਜਾਊਗਾ। ਮੈਂ ਤੁਹਾਡੇ ਵਾਸਤੇ ਬਿਲਕੁਲ ਸ਼ਾਰਟਕਟ ਤਰੀਕੇ ਕੱਢ ਕੇ ਲੈ ਕੇ ਆਇਆਗਾ। ਠੀਕ ਹੈ ਤਾਂ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ ਕਿ ਮੈਂ ਉਹ ਤਰੀਕੇ ਨਾਲ ਦੇਖਦਾ ਹੁੰਦਾ ਸਵਾਲ ਕਿ ਜਿਹਦੇ ਕਰਕੇ ਤੁਹਾਨੂੰ ਬਿਲਕੁਲ ਵੀ ਸੌਖਾ ਲੱਗੇ, ਕਿਉਂਕਿ ਤੁਸੀਂ ਪਹਿਲੀ ਵਾਰ ਮੈਥ ਕਰ ਰਹੇ ਹੋ। ਠੀਕ ਹੈ ਅਤੇ ਇਸ ਤੋਂ ਬਾਅਦ ਆਪਾਂ ਗੱਲਾਂ ਕਰਦੇ ਹਾਂ 2 ਕਿ ਪਹਿਲਾਂ ਆਪਾਂ ਕਰ ਲਈਏ। ਇਸ ਤੋਂ ਬਾਅਦ ਨੌਵਾਂ ਜਮਾਂ ਸੇਮ ਟੂ ਸੇਮ, ਜਿਵੇਂ ਤੁਹਾਨੂੰ ਦੱਸਿਆ ਕਿ ਤੀਜੇ ਦਾ ਮੈਥਡ ਵੀ ਸੇਮ ਹੈ, 6ਵੇਂ ਦਾ ਮੈਥਡ ਵੀ ਸੇਮ ਹੈ ਅਤੇ 9ਵੇਂ ਦਾ ਮੈਥਡ ਵੀ ਸੇਮ ਹੈ। ਇਹਦੇ ਕਰਕੇ ਤੁਸੀਂ ਅੰਕ ਹੀ ਜੋੜਨੇ ਆ ਇੱਕ ਦੂਜੇ ਦੇ ਵਿੱਚ, ਜਿੰਨਾ ਆਨਸਰ ਆ ਗਿਆ ਉਹਨੂੰ ਵੰਡ ਕੇ ਦੇਖਣਾ ਉਹ ਚੀਜ਼ 'ਤੇ। ਸਭ ਤੋਂ ਮਹੱਤਵਪੂਰਨ 11 ਦਾ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਹੈਗਾ, ਬਹੁਤ ਜ਼ਿਆਦਾ ਵਾਰੀ ਪੁੱਛਿਆ ਗਿਆ 11। ਇਹਦਾ ਕੀ ਮੈਥਡ ਹੁੰਦਾ 11 ਵਾਲਿਆ, ਦੇਖੋ ਆਪਾਂ ਨੂੰ ਦੇਖੋ ਐਡੀਆਂ ਆਪਸ਼ਨਾਂ ਦੇ ਦੇਣਗੇ। ਹੁਣ ਆਪਾਂ ਨੂੰ ਇਦੂ ਵੱਡੀ ਵੀ ਦੇ ਸਕਦੇ, ਉਹ 'ਚ ਆਪਾਂ ਨੂੰ ਕੀ ਕਹਿਣਗੇ ਬੱਚੋ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜੀ 11 ਦੇ ਵੱਡੀ। ਹੁਣ ਕੱਲੀ ਨੂੰ ਜੇ ਆਪਾਂ ਵੰਡਾਂਗੇ ਤਾਂ ਆਪਾਂ ਨੂੰ ਇਹ ਐਡੀਆਂ ਰਕਮਾਂ ਦੇ ਤਾਂ ਆਪਣੇ ਘੱਟੋ ਘੱਟ 4-5 ਮਿੰਟ ਕਿਸੇ ਪਾਸੇ ਨਹੀਂ ਗਏ। ਅਤੇ ਇਹ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਆਉਣੇ ਹੁੰਦੇ ਆ ਕਿ ਦੱਸੋ ਬੱਚੋ ਇਹਨਾਂ ਦੇ ਵਿੱਚ 4 ਆਪਸ਼ਨਾਂ ਦੇ ਦੇਣਗੇ। ਇੱਕ ਆਪਸ਼ਨ ਦੇ ਵਿੱਚ ਜਿਵੇਂ ਆਹ ਆਪਸ਼ਨ ਪਈ ਹੈ, ਠੀਕ ਹੈ, ਦੇ ਦੇਣਗੇ 2 ਆਦਰ ਦੇ ਦੇਣਗੇ। ਠੀਕ ਹੈ ਅਤੇ ਇਹਨਾਂ ਦੱਸਣਗੇ ਕਿਹੜੀ ਆਪਸ਼ਨ ਬਾਈ ਕਿਹੜੀ ਹੈ ਜਿਹੜੀ 11 ਦੇ ਵੰਡੀ ਜਾਵੇਗੀ। ਇੱਕ ਤਾਂ ਕੱਲੀ ਜੋ ਵੰਡ ਕੇ ਦੇਖਾਂਗੇ ਆਪਣੀ ਬਹੁਤ ਭਗਾਈ ਹੋਣੀ ਹੈ। ਇਸ ਕਰਕੇ ਆਪਣਾ ਸ਼ਾਰਟਕਟ ਮੈਥਡ ਕੀ ਹੈ ਇਹਦਾ 11 ਵਾਲੇ ਦਾ। ਦੇਖੋ ਪਹਿਲਾਂ ਰਕਮ ਲਿਖ ਲਓ 11 ਵਾਲੇ 'ਚ, 11 ਸਭ ਤੋਂ ਜ਼ਿਆਦਾ ਮਹੱਤਵਪੂਰਨ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਲੜੀ ਚੱਕ ਲਓ ਇਹਨਾਂ ਦੇ ਵਿੱਚ, ਜਿਵੇਂ ਚੱਕ ਲਈ ਆਪਾਂ ਆਹ ਲੜੀ, ਕਿਹੜੀ ਲੜੀ ਬੱਚਿਓ ਪਹਿਲਾਂ ਵਾਲੀ ਲੜੀ ਚੱਕ ਲਈ ਆਪਾਂ। ਦੇਖੋ ਇੱਕ ਆਹ ਚੱਕ ਲਓ, ਇੱਕ ਆਹ ਚੱਕ ਲਓ, ਇੱਕ ਛੱਡ ਕੇ ਚੱਕ ਲਓ। ਠੀਕ ਹੈ ਹੁਣ ਇਹਨੂੰ ਅਲੱਗ ਤਾਰ ਲਓ। 8 + 1 + 4 + 9 ਜਿਹੜੇ ਆਪਾਂ ਮਾਰਕ ਕਰੇ ਹੋਏ ਹੈ। ਇਹ ਤੋਂ ਬਾਅਦ ਫਾਰਮੂਲੇ 'ਚ ਮਾਈਨਸ ਹੈ। ਇਹ ਤੋਂ ਬਾਅਦ ਜਿਹੜੇ ਬਚ ਗਏ 0 + 6 + 5 + 1 ਇਹ ਬਚ ਗਏ ਜੀ। ਹੁਣ ਆਪਾਂ ਇਹਨਾਂ ਦਾ ਕੀ ਹੱਲ ਕਰਨਾ ਗਾ, ਇਹਨਾਂ ਦਾ ਬੱਚੋ ਜਿਹੜਾ ਆਪਾਂ ਹੱਲ ਕਰਨਾ ਗਾ ਉਹ ਤੁਸੀਂ ਆਪ ਦੇਖੋ ਕੀ ਹੱਲ ਹੋ ਸਕਦਾ ਇਹਦਾ। ਥੋੜ੍ਹਾ ਮੋਟਾ ਦਿਮਾਗ ਲੜਾ ਕੇ ਦੇਖੋ। ਜਦੋਂ ਆਪਾਂ ਇਹ ਚੀਜ਼ ਕਰ ਲਈ ਇਹ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਨਾਂ ਨੂੰ ਜੋੜਾਂਗੇ ਜੀ। ਠੀਕ ਹੈ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਜੋੜਾਂਗੇ, ਜੋੜ ਕੇ ਆਪਾਂ ਦੇਖੀਏ ਕਿੰਨਾ ਬਣ ਜੂਗਾ ਆਪਣੇ ਕੋਲੇ।
जोड़ के देखिए जी कितना बन जूगा। देखो हुण आप इहनूं जोड़दे आ, ये जोड़ के बन गया अपने कोले 9 ते 1 10 14, 9 ते 1 10 नहीं 9 ते 4 13 ते 1 14, 14 च 8 जोड़े 22, इधर किन्ने बच गए 6 ते 6 12, ठीक है। इधर बच गए जी अपने को 12, जो माइनस किते किन्ने बच गए जी अपने को मगर आ गए जी अपने को 10। हुण 10 दसो 11 ते वंडे जांदे आ, नहीं वंडे जांदे ना, कहने दा मतलब कि ये अपनी ऑप्शन है नहीं, ठीक है जी। फिर उन्होंने आपां नूं एक मान लो एक सवाल आपां नूं होर पाता, उन्हें वो सवाल की पाता उन्हें आपां नूं, वो रकम पाती जी उन्होंने आपां नूं 2 3 छीका नाया 70 69, कहते ये दसो जी वंडी जाती हैगी 11 ते आपां फिर एक पासों चाहे तो इधरों इधरों चक लो, चाहे पहले तो चक लो, एक पहला चक लो, एक तीजा औड़ वाला चक लो, ठीक है। ऐ चक लो एक एक छड्ड के 2 + 6 + 7 + 6 ये अड्ड तार लिया जोटा, विचारे मैनस फार्मूले च ਜਿਹੜੇ ਬਾਅਦ ਚ ਰਹਿ ਗਏ ਸੀ ਉਹਨਾਂ ਨੂੰ ਅੱਡ ਤਾਰ ਲਓ, ਠੀਕ ਹੈ ਜੀ। ਇਹ ਚੀਜ਼ ਲਈ ਆਪਾਂ ਤਾਰ ਜਦੋਂ ਹੁਣ ਆਪਾਂ ਜੋੜ ਕਰਾਂਗੇ ਤਾਂ ਜੋੜ 18 19 20 ਇਹਦਾ ਵੀ 21 ਆ ਗਿਆ ਤੇ 6 6 12 12 ਇਹਦਾ ਵੀ 21 ਆ ਗਿਆ ਤੇ 21 ਦੇ 21 ਕਿੰਨਾ ਆ ਗਿਆ 0 ਆ ਗਿਆ, ਠੀਕ ਹੈ ਜੀ। ਜਿਹਦਾ ਆਨਸਰ 0 ਆ ਗਿਆ ਉਹ ਵੀ ਆਪਣਾ ਮੰਨਿਆ ਜਾਊਗਾ ਕਿ ਸਹੀ ਆਨਸਰ, ਜਿਹਦਾ 11 ਨਾਲ ਰਿਲੇਟਡ ਆ ਗਿਆ ਤੇ ਉਹ ਵੀ ਆਪਣਾ ਮੰਨਿਆ ਜਾਊਗਾ ਆਨਸਰ, ਠੀਕ ਹੈ ਜੀ। ਤੇ ਇਹ ਹੈਗੀ ਸੀ ਜੀ ਅੱਜ ਦੇ ਆਪਣੇ ਸਵਾਲ, ਫਾਰਮੂਲਾ ਸੀ ਆਪਣਾ ਅੱਜ ਦਾ ਨੰਬਰ ਸਿਸਟਮ ਦਾ। ਹੁਣ ਨੰਬਰ ਸਿਸਟਮ ਸ਼ੁਰੂ ਕਰਨ ਤੋਂ ਬਾਅਦ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਦਾ, ਮੈਥ ਦੇ ਵਿੱਚ ਜਿਹੜੀ ਮੇਨ ਆ ਸਭ ਤੋਂ, ਮੈਥ ਦੇ ਵਿੱਚ ਇੱਕ ਬੋਰਡ ਮਾਸ ਦਾ ਤਰੀਕਾ ਚੱਲਦਾ ਹੁੰਦਾ, ਬੋਰਡ ਮਾਸ, ਠੀਕ ਹੈ। ਸਭ ਤੋਂ ਪਹਿਲਾਂ ਆਹ ਬ੍ਰੈਕਟ ਹੱਲ ਕਰਦੇ ਹੁੰਦੇ ਆ, ਫਿਰ ਆਪਾਂ ਆਹ ਬ੍ਰੈਕਟ ਹੱਲ ਕਰਦੇ ਹੁੰਦੇ ਆ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਹ ਬ੍ਰੈਕਟ ਹੱਲ ਕਰਦੇ ਹੁੰਦੇ ਆ, ਫਿਰ ਆਪਾਂ ਆਹ ਹੱਲ ਕਰਦੇ ਹੁੰਦੇ ਆ, ਫਿਰ ਆਪਾਂ ਭਾਗ ਹੱਲ ਕਰਦੇ ਹੁੰਦੇ ਆ, ਫਿਰ ਆਪਾਂ ਗੁਣਾ ਹੱਲ ਕਰਦੇ ਹੁੰਦੇ ਆ, ਫਿਰ ਆਪਾਂ ਕੀ ਕਰਦੇ ਹੁੰਦੇ ਆ ਜੋੜ ਹੱਲ, ਫਿਰ ਆਪਾਂ ਮਾਈਨਸ ਹੱਲ ਕਰਦੇ ਹੁੰਦੇ ਆ। ਮੰਨ ਲਓ ਜੇ ਕਿਸੇ ਨੇ ਇੱਥੇ ਲਿਖਤਾ 3 + 2 / 6 ਗੁਣਾ 3, ਹੁਣ ਆਪਾਂ ਇਹਨਾਂ ਦੇ ਵਿੱਚੋਂ ਅੱਧੇ ਤਾਂ ਜਿਹੜੇ ਬੱਚੇ ਪਹਿਲੀ ਵਾਰ ਲੱਗੇ ਹੋਣਗੇ ਉਹ ਕੀ ਕਰਨਗੇ, ਉਹ ਤਾਂ 3 ਦੇ 2 5, 5 ਨੂੰ ਫਿਰ ਵੰਡ ਕੇ ਦੇਖਣਗੇ, ਫਿਰ 3 ਤੇ ਜਾਣਗੇ। ਦੇਖੋ ਕਦੇ ਬੱਚਿਓ ਜੇ ਆਪਾਂ ਨੂੰ ਇਹੋ ਜਿਹੀ ਚੀਜ਼ ਮਿਲ ਗਈ ਤਾਂ ਸਭ ਤੋਂ ਪਹਿਲਾਂ ਆਪਾਂ ਆਹ ਬ੍ਰੈਕਟ ਹੱਲ ਕਰਨੀ ਹੈ, ਜੇ ਹੈ ਨਹੀਂ ਫਿਰ ਆਪਾਂ ਆਹ ਹੱਲ ਕਰਨਾ ਹੈ, ਜੇ ਇਹ ਹੈ ਨਹੀਂ ਫਿਰ ਆਪਾਂ ਭਾਗ ਹੱਲ ਕਰਨੀ ਹੈ। ਸਭ ਤੋਂ ਪਹਿਲਾਂ ਭਾਗ ਕਿਹਦੇ ਵਿੱਚ ਹੈ, ਇਹਦੇ 'ਚ ਹੈ, ਤੇ ਜਦੋਂ ਆਪਾਂ ਵੰਡਿਆ ਕਿੰਨਾ ਆ ਗਿਆ 3 + 3 ਗੁਣਾ 3, ਹੁਣ ਭਾਗ ਉੱਡ ਗਈ। ਹੁਣ ਇਹ ਤੋਂ ਬਾਅਦ ਆਪਾਂ ਕੀ ਹੱਲ ਕਰਨਾ, ਇਹ ਤੋਂ ਬਾਅਦ ਪਲੱਸ ਨਹੀਂ ਚੱਕਣੀ, ਇਹ ਤੋਂ ਬਾਅਦ ਚੱਕਣੀ ਆਪਾਂ ਗੁਣਾ, ਗੁਣਾ ਕਿਹਦੇ ਵਿਚਾਲੇ 9 + 3 ਤੇ ਕਿੰਨਾ ਆਨਸਰ ਆ ਜਾਊਗਾ ਆਪਣਾ 12, ਠੀਕ ਹੈ। ਬੋਰਡ ਮਾਸ ਦਾ ਫਾਰਮੂਲਾ ਇਹ ਹੁੰਦਾ ਗਾ ਕਿ ਜੇ ਕੋਈ ਆਪਾਂ ਨੂੰ ਸਰਲੀਕਰਨ ਦਿੱਤਾ ਉਹਨਾਂ ਨੇ, ਸਰਲੀਕਰਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਣੀ ਆਹ ਬ੍ਰੈਕਟ, ਫਿਰ ਆਹ ਬ੍ਰੈਕਟ, ਫਿਰ ਬੱਚੋ ਆਪਣੀ ਕਿਹੜੀ, ਫਿਰ ਆਪਣਾ ਭਾਗ, ਫਿਰ ਆਪਣਾ ਗੁਣਾ, ਫਿਰ ਪਲੱਸ, ਫਿਰ ਮਾਈਨਸ, ਇਹਨੂੰ ਆਪਾਂ ਕਿਹੜਾ ਮੈਥਡ ਕਹਿੰਦੇ ਹੁੰਦੇ ਆ ਬੋਰਡ ਮਾਸ, ਠੀਕ ਹੈ। ਸਾਰੇ ਮੈਥ ਦੇ ਵਿੱਚ ਇਹ ਫਾਰਮੂਲਾ ਚੱਲੂਗਾ। ਹੁਣ ਆਪਾਂ ਨੰਬਰ ਸਿਸਟਮ ਦੇ ਥੋੜ੍ਹੇ ਸਵਾਲ ਕੱਢ ਲੈਂਦੇ ਆ, ਠੀਕ ਹੈ ਜੀ। ਨੰਬਰ ਸਿਸਟਮ ਤੁਹਾਨੂੰ ਥੋੜ੍ਹੇ ਸਵਾਲ ਕੱਢ ਕੇ ਹੁਣ ਜਿਹੜੇ ਨੰਬਰ ਸਿਸਟਮ ਨਾਲ ਰਿਲੇਟਡ ਤੁਹਾਨੂੰ ਆ ਸਕਦੇ ਪੇਪਰ ਦੇ ਵਿੱਚ, ਠੀਕ ਹੈ। ਹੌਲੀ ਹੌਲੀ ਆਪਾਂ ਵੱਧਦੇ ਜਾਵਾਂਗੇ ਅੱਗੇ। ਤਾਂ ਇੱਕ ਉਹ ਸਵਾਲ ਕੱਢਣ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਇੱਕ ਇਕਾਈ ਅੰਕ ਵਾਲਾ ਸਵਾਲ ਕਢਾ ਦਾਂ। ਜਿਵੇਂ ਕੱਲ੍ਹ ਇੱਕ ਤੁਸੀਂ ਸਵਾਲ ਦੇਖਿਆ ਸੀ ਪੇਪਰ ਦੇ ਵਿੱਚ, ਉਹਦੇ ਨਾਲ ਦੀ ਸਵਾਲ ਕਰਦਾ ਵੀ 476 ਗੁਣਾ 198 ਗੁਣਾ 359 ਤੇ ਗੁਣਾ 242, ਇਸ ਦਾ ਕਿਹਾ ਸੀ ਆਪਾਂ ਨੂੰ ਇਕਾਈ ਅੰਕ ਪਤਾ ਕਰੋ, ਠੀਕ ਹੈ। ਜਿਹੜਾ ਤਾਂ ਮਤਲਬ ਦੂਸਰਾ ਸਵਾਲ ਸੀ ਪਾਵਰ ਵਾਲਾ, ਉਹ ਤਾਂ ਆਪਾਂ ਪਹਿਲਾਂ ਦੇਖਣਾ ਹੁੰਦਾ ਸੀ ਕਿ ਮਗਰ ਉਹਨਾਂ ਦੇ ਵਿੱਚ ਇਕਾਈ ਅੰਕ ਕਿਹੜਾ, ਜੇ ਤਾਂ ਇਕਾਈ ਅੰਕ ਆ ਰਿਹਾ ਹੈਗਾ 0 1 5 6, ਫਿਰ ਤਾਂ ਸਵਾਲ ਦੇ ਉੱਤੇ ਪਾਵਰ ਜਿੰਨੀ ਮਰਜ਼ੀ ਹੋਵੇ ਉਹਦਾ ਕੋਈ ਮਤਲਬ ਨਹੀਂ, ਉਹ ਤਾਂ ਤੁਸੀਂ ਦੇਖਣੀ ਨਹੀਂ। ਫਿਰ ਚੁੱਪ ਕਰਕੇ ਇਹਨਾਂ ਦੇ ਵਿੱਚ ਜਦੋਂ ਅੱਖਰ ਮਿਲਦਾ ਹੈ ਉਹ ਆਨਸਰ ਦੇ ਵਿੱਚ ਤਾਂ ਉਹੀ ਉਹਦਾ ਆਨਸਰ ਹੋਊਗਾ, ਠੀਕ ਹੈ। ਅਤੇ ਜੇ ਤੁਹਾਨੂੰ ਮਿਲਦਾ ਹੈਗਾ ਕਿਸੇ ਸਵਾਲ ਦੇ ਮਗਰ 3 ਜਾਂ 7, ਉਹਦਾ ਇਕਾਈ ਅੰਕ ਕਿੰਨਾ ਹੋਊਗਾ 1। ਜੇ ਤੁਹਾਨੂੰ ਕਿਸੇ ਦੇ ਮਗਰ ਮਿਲਦਾ 2 4 8, ਉਹਦਾ ਇਕਾਈ ਅੰਕ ਕਿੰਨਾ ਮੰਨਿਆ ਜਾਊਗਾ 6। ਜੇ ਆਪਾਂ ਨੂੰ ਮਿਲਦਾ 9, ਉਹ ਆਪਾਂ ਉਹਦੀ ਪਾਵਰ 'ਤੇ ਡਿਪੈਂਡ ਕਰਦਾ ਕਿ ਪਾਵਰ ਉਹਦੀ ਸਮ ਦੇ ਵਿੱਚ ਹੈ ਤਾਂ ਵਿਸ਼ਮ ਦੇ ਵਿੱਚ ਹੈ, ਠੀਕ ਹੈ ਜੀ। ਜੇ ਤਾਂ ਪਾਵਰ ਉਹਦੀ ਸਮ ਦੇ ਵਿੱਚ ਆ ਤਾਂ ਉਹਦਾ ਆਨਸਰ 1 ਆ ਜਾਊਗਾ, ਜੇ ਉਹਦੀ ਪਾਵਰ ਸਮਝ ਲਓ ਸਮ ਦੇ ਵਿੱਚ 2 ਆ ਤਾਂ ਫਿਰ ਇਹਦਾ ਆਨਸਰ ਚੁੱਪ ਕਰਕੇ 1 ਲਾ ਦਿਓ। ਜੇ ਇਹਦੀ 9 ਦੀ ਪਾਵਰ 3 ਹੈ ਤਾਂ ਇਹਦਾ ਆਨਸਰ 9 ਦਾ 9 ਹੀ ਰਹਿ ਜਾਊਗਾ, ਠੀਕ ਹੈ। ਉਹ ਚੀਜ਼ ਸੀ ਇੱਕ ਤਾਂ। ਅਤੇ ਹੁਣ ਆਪਾਂ ਜਿਹੜਾ ਆਹ ਸਵਾਲ ਕਰਨਾ ਇਹਦੇ ਵਿੱਚ ਪਾਵਰ ਹੈ ਨਹੀਂ ਬੱਚੋ, ਤਾਂ ਇਹਦੇ ਵਿੱਚ ਇੰਨਾ ਉਲਝਣ ਦੀ ਲੋੜ ਨਹੀਂ। ਜਿਹਦੇ 'ਚ ਪਾਵਰ ਹੈ ਨਹੀਂ ਇਹ 'ਚ ਤੁਸੀਂ ਕੀ ਕਰਨਾ, ਡਾਇਰੈਕਟ ਹੀ ਕੀ ਕਰਨਾ, ਬਸ ਇਹਦੇ ਇਕਾਈ ਅੰਕ ਚੱਕ ਲਓ, ਇਹਦੇ ਦੇ ਇਕਾਈ ਕਿਉਂਕਿ ਇਕਾਈ ਅੰਕ ਪਿਛਲੀ ਕੱਢ ਲਓ, ਇਕਾਈ ਅੰਕ ਸੇਮ ਹੀ ਹੁੰਦਾ ਪਿਛਲਾ ਚੱਕ ਲਓ ਇਕਾਈ ਅੰਕ ਦੇ ਵਿੱਚ,
6 ਹੋ ਗਿਆ, 8 ਹੋ ਗਿਆ, ਤੇ ਆਹ ਕਿੰਨਾ ਹੋ ਗਿਆ 9 ਹੋ ਗਿਆ, ਤੇ ਆਹ 2 ਹੋ ਗਿਆ। ਇਹਨਾਂ ਦੀ ਆਪਸ ਦੇ ਵਿੱਚ ਗੁਣਾ ਕਰ ਦਿਓ। ਠੀਕ ਹੈ, ਇਹ ਕਿੰਨਾ ਹੋ ਗਿਆ 9 ਦੂਣੀ 18, 18 ਦੀ 8 ਨਾਲ ਕੀਤੀ, 8 8 64, 8 ਦੇ ਵਿੱਚ 6 ਜੋੜੇ 14, 144, 144 6 ਨਾਲ ਗੁਣਾ ਕਰੀ, 6 ਚੌਂਕਾ 24। ਬਸ ਇਸ ਤੋਂ ਬਾਅਦ ਮੂਹਰੇ ਜਿੰਨਾ ਮਰਜ਼ੀ ਜੇ ਆਪਾਂ ਨੂੰ ਇਕਾਈ ਅੰਕ ਚਾਹੀਦਾ ਹੁੰਦਾ, ਇਕਾਈ ਅੰਕ ਇਹਦਾ ਆ ਗਿਆ ਆਪਣੇ ਕੋਲੇ 4। ਐਵੇਂ ਨਿਕਲੂਗਾ ਇਕਾਈ ਅੰਕ ਵਾਲਾ ਸਵਾਲ। ਠੀਕ ਹੈ ਜੀ, ਇੰਨੀ ਉਲਝਣ ਵਾਲੀ ਇਹ 'ਚ ਗੱਲ ਨਹੀਂ ਹੈਗੀ। ਅਤੇ ਜਿਹੜੇ ਆਪਾਂ ਇਕਾਈ ਅੰਕ ਵਾਲੇ ਕੱਲ੍ਹ ਆਪਣੇ ਸਵਾਲ ਰਹਿ ਗਏ ਉਹ ਆਪਾਂ ਐਂਡ 'ਤੇ ਕਰਾਂਗੇ। ਪਹਿਲਾਂ ਆਪਾਂ ਨੰਬਰ ਸਿਸਟਮ ਦੇ 1-2 ਸਵਾਲ ਹੋਰ ਕਰ ਲਈਏ। ਦੇਖੋ ਨੰਬਰ ਸਿਸਟਮ ਦਾ ਕੀ ਸਵਾਲ ਕਰਨਾ ਪਹਿਲ ਤੇ ਆਪਾਂ ਨੂੰ ਇੱਕ ਤੁਹਾਨੂੰ ਦੱਸ ਦਾਂਗਾ। ਦੇਖੋ ਪ੍ਰਸ਼ਨ ਆਪਾਂ ਨੂੰ ਦੇਤਾ, ਮਤਲਬ ਜੇ ਪਹਿਲਾਂ ਨੰਬਰ ਸਿਸਟਮ ਦਾ ਉਹਨਾਂ ਨੇ 16 ਗੁਣਾ 12 ਮਾਈਨਸ 672, ਠੀਕ ਹੈ, 672 ਭਾਗ 21 ਇਜ਼ੀਕਲ ਟੂ ਕੁਐਸਚਨ ਮਾਰਕ ਮਾਈਨਸ 211। ਆਹ ਸਵਾਲ ਦਿੱਤਾ ਆਪਾਂ ਨੂੰ। ਹੁਣ ਜਿਹੜੇ ਬੱਚਿਆਂ ਨੂੰ ਤਾਂ ਮੈਂ ਬੌਡ ਮਾਸ ਦਾ ਤਰੀਕਾ ਸਮਝ ਆ ਗਿਆ, ਉਹ ਤਾਂ ਆਖਣਗੇ ਸਰ ਪਹਿਲਾਂ ਭਾਗ ਵਾਲੀ ਹੱਲ ਕਰਾਂਗੇ ਆਪਾਂ, ਫਿਰ ਗੁਣਾ ਵਾਲੀ ਹੱਲ ਕਰਾਂਗੇ, ਫਿਰ ਪਲੱਸ ਵਾਲੀ ਹੱਲ ਕਰਾਂਗੇ, ਫਿਰ ਮਾਈਨਸ ਵਾਲੀ ਗੱਲ ਹੱਲ ਕਰਾਂਗੇ। ਠੀਕ ਹੈ, ਆਪਾਂ ਇੱਥੇ ਪਤਾ ਕਰਨਾ ਹੈ ਕਿ ਇੱਥੇ ਕਿਹੜੀ ਸੰਖਿਆ ਹੋਊਗੀ। ਜਿਹੜੀ ਆਹ ਸੰਖਿਆ ਸਾਰੀ, ਠੀਕ ਹੈ, ਆਹ ਜਿਹੜੀ ਇੱਧਰ ਸੰਖਿਆ, ਜਿਹੜੀ ਆਹ ਸੰਖਿਆ ਸਾਰੀ, ਇਹ ਜਿਹੜੀ ਇੱਥੇ ਸੰਖਿਆ ਹੋਊਗੀ ਉਹਦੇ 'ਚ ਮਾਈਨਸ ਕਰਕੇ ਦੋਨੇ ਜਿਵੇਂ ਦੋਨੇ ਰਕਮਾਂ ਦੇ ਵਿਚਾਲੇ ਬਰਾਬਰ ਦੀ ਨਿਸ਼ਾਨੀ ਹੋ ਜਾਏ ਨਾ, ਉਹਦਾ ਮਤਲਬ ਇਹ ਹੁੰਦਾ ਕਿ 19 ਸੰਖਿਆ ਇੱਧਰ ਹੈ, 19 ਸੰਖਿਆ ਇੱਧਰ ਹੈ। ਜਿੰਨੀ ਸੰਖਿਆ ਇੱਧਰ ਆਊਗੀ ਉਨੀ ਸੰਖਿਆ ਹੀ ਆਪਾਂ ਇੱਥੇ ਇਹਦੇ 'ਚੋਂ ਘਟਾ ਕੇ 19 ਲਿਆਉਣੀ ਹੈ। ਠੀਕ ਹੈ, ਇੱਥੇ ਜਿਹੜੀ ਸੰਖਿਆ ਉਹ 'ਚ 200, ਜਿਹੜੀ ਇੱਥੇ ਸੰਖਿਆ ਆਪਾਂ ਭਰਾਂਗੇ ਉਹਦੇ 'ਚ ਜਦੋਂ ਆਪਾਂ 211 ਘਟਾਵਾਂਗੇ, ਠੀਕ ਹੈ, ਤਾਂ ਵੀ ਉਨਾ ਆਨਸਰ ਆਊਗਾ। ਇਹਨਾਂ ਸਾਰਿਆਂ ਦੇ ਵੀ ਉਨਾ ਹੀ ਆਨਸਰ ਆਊਗਾ। ਹੁਣ ਆਪਾਂ ਇਹ ਦੇਖਣਾ ਕਿ ਇੱਥੇ ਕਿਹੜੀ ਸੰਖਿਆ ਹੈਗੀ। ਠੀਕ ਹੈ, ਦੇਖੋ ਹੁਣ ਆਪਾਂ ਕਿਵੇਂ ਕਰਾਂਗੇ। ਸਭ ਤੋਂ ਪਹਿਲਾਂ ਬੱਚਿਓ ਆਪਾਂ ਹੱਲ ਕਿਹੜੀ ਕਰਨੀ ਹੈ, ਭਾਗ ਵਾਲੀ ਸੰਖਿਆ। ਭਾਗ ਵਾਲੀ ਸੰਖਿਆ ਕਿਵੇਂ ਹੱਲ ਕਰਾਂਗੇ ਆਪਾਂ, 672 ਨੂੰ ਆਪਾਂ 21 ਦੇ ਵੰਡ ਕੇ ਦੇਖ ਲੈਂਦੇ ਹਾਂ। ਠੀਕ ਹੈ, 21 ਤੀਆ 63, 21 ਤੀਆ 63, ਠੀਕ ਹੈ, 21 ਦੂਣਾ 42। ਕਹਿੰਦਾ ਮਤਲਬ ਜਦੋਂ ਆਪਾਂ 21 ਨੂੰ 672 'ਤੇ ਵੰਡਾਂਗੇ, ਠੀਕ ਹੈ ਜੀ, 21 ਨੂੰ 672 'ਤੇ ਵੰਡਾਂਗੇ ਤਾਂ ਕੀ ਆਨਸਰ ਆ ਜਾਊਗਾ ਆਪਣੇ ਕੋਲੇ 32 ਆ ਜਾਊਗਾ। ਕੀ ਆ ਜਾਊਗਾ ਜੀ 32 ਆ ਜਾਊਗਾ। ਅਤੇ ਹੁਣ ਆਪਾਂ ਇੱਥੇ ਫਿਰ ਕੀ ਰਕਮ ਬਚ ਗਈ ਆਪਣੇ ਕੋਲ, ਰਕਮ ਰਹਿ ਕੀ ਗਈ ਹੁਣ 16 ਗੁਣਾ 12 ਮਾਈਨਸ 672। ਅਤੇ ਜਦੋਂ ਆਪਾਂ ਭਾਗ ਕਰਨੀ ਹੁੰਦੀ ਹੈ ਨਾ, ਉਦੋਂ ਆਪਾਂ ਰਕਮ ਉਲਟਾ ਦਿੰਦੇ ਹੁੰਦੇ ਹਾਂ। ਜਦੋਂ ਆਪਾਂ ਰਕਮ ਉਲਟਾਵਾਂਗੇ, ਠੀਕ ਹੈ, ਜਦੋਂ ਭਾਗ ਵਾਲੀ ਰਕਮ ਕਦੇ ਵੀ ਬੱਚੇ ਉਲਟਾਈ ਜਾਂਦੀ ਹੁੰਦੀ ਹੈ, ਤਾਂ ਜਦੋਂ ਆਪਾਂ ਭਾਗ ਵਾਲੀ ਰਕਮ ਨੂੰ ਗੁਣਾ 'ਚ ਬਦਲਣਾ ਤਾਂ ਆਪਾਂ ਕੀ ਕਰਾਂਗੇ, ਤਾਂ ਰਕਮ ਉਲਟ ਹੋ ਜਾਂਦੀ ਹੁੰਦੀ। ਜਿਵੇਂ ਹੁਣ 21/1 ਹੋਊਗਾ, ਅਤੇ ਫਿਰ ਕੀ ਹੋ ਜਾਊਗਾ, ਜਦੋਂ ਆਪਾਂ ਨੂੰ ਭਾਗ ਵਾਲੀ ਸੰਖਿਆ ਨੂੰ ਗੁਣਾ 'ਚ ਬਦਲਣਾ ਤਾਂ ਆਪਾਂ ਉਲਟ ਕਰ ਦਿੰਦੇ ਹੁੰਦੇ ਹਾਂ। 21 ਥੱਲੇ ਆ ਜੋ 1 ਉੱਪਰ ਵਗ ਜੂ। ਜਦੋਂ ਆਪਾਂ ਇਹ ਕੱਟਿਆ, ਇਹ ਕਿੰਨਾ ਆ ਗਿਆ ਜੀ ਆਪਣੇ ਕੋਲੇ 16 ਗੁਣਾ 12 ਮਾਈਨਸ 32। ਠੀਕ ਹੈ ਜੀ, ਮਾਈਨਸ 32 ਦੇ ਬਰਾਬਰ ਕਿੰਨੀ ਸੰਖਿਆ, ਬਰਾਬਰ ਹੀ ਚੱਲੀ ਜਾਊਗੀ ਐਕਸ ਮਾਈਨਸ 211, ਇਹਦੇ ਸਾਥ ਐਕਸ ਲਾ ਲਓ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੀ ਕਰਨਾ, 16 ਗੁਣਾ 12 ਦੀ ਆਪਸ ਦੇ ਵਿੱਚ ਗੁਣਾ ਕਰਨੀ ਹੈ, ਕਿਉਂਕਿ ਇਸ ਤੋਂ ਬਾਅਦ ਆਪਾਂ ਗੁਣਾ ਵਾਲਾ ਹੱਲ ਕਰਨਾ। 16 ਦੀ ਜਦੋਂ ਆਪਾਂ 12 ਨਾਲ ਗੁਣਾ ਕੀਤੀ, 6 ਦੂਣੀ 12, 2 ਤੇ 1 3, 6 1 2 9 192, 192 ਮਾਈਨਸ 32 ਇਜ਼ੀਕਲ ਟੂ ਐਕਸ ਮਾਈਨਸ 211। ਹੁਣ ਆਪਾਂ ਵੈਲੂ ਪਤਾ ਕਰਨੀ ਹੈ ਐਕਸ ਦੀ। ਹੁਣ ਆਪਾਂ 192 ਦੇ ਵਿੱਚੋਂ 32 ਘਟਾ ਦਈਏ। 192 ਦੇ ਵਿੱਚੋਂ ਆਪਾਂ ਜੇ ਆਪਾਂ 32 ਘਟਾਤੇ, ਠੀਕ ਹੈ ਜੀ, 32 ਕੱਟ ਕੇ ਆ ਗਏ ਸੀ ਤਾਂ 0 6 160 ਆ ਗਿਆ ਬੱਚੋ। ਇਹ 160 ਇਜ਼ੀਕਲ ਟੂ ਕਾਹਦੇ ਬਰਾਬਰ ਹੈ, ਐਕਸ ਮਾਈਨਸ 211। ਹੁਣ ਆਪਾਂ ਇਹ ਪਤਾ ਕਰਨੀ ਹੈ ਐਕਸ ਦੀ ਵੈਲੂ ਕਿੰਨੀ ਹੈ ਇੱਥੇ, ਤਾਂ ਉਹ ਐਕਸ ਦੀ ਵੈਲੂ ਪਤਾ ਕਰਨ ਵਾਸਤੇ 160 ਇੱਧਰ ਹੈ, ਆਹ ਜਿਹੜਾ ਹੈਗਾ ਮਾਈਨਸ ਦਾ ਹੈਗਾ, ਐਕਸ ਐਕਸ ਵਾਲੀ ਅੱਡ ਰੱਖ ਲਓ, ਅੰਕ ਵਾਲੀ ਅੱਡ ਲਿਓ। ਜਦੋਂ ਆਪਾਂ ਇਹਨੂੰ 211 ਨੂੰ ਇੱਧਰ ਲੈ ਕੇ ਆਵਾਂਗੇ ਤਾਂ ਇਹ ਬਣ ਜੂ ਪਲੱਸ ਦਾ 211, ਇੱਧਰ ਬਚ ਜੂ ਇਕੱਲੀ ਐਕਸ। ਠੀਕ ਹੈ, ਅਤੇ ਜਦੋਂ ਆਪਾਂ ਇਹਨੂੰ ਜੋੜਾਂਗੇ ਆਪਸ ਦੇ ਵਿੱਚ, ਜਦੋਂ ਆਪਾਂ 211 ਨੂੰ 160 ਦੇ ਵਿੱਚ ਜੋੜਾਂਗੇ, ਇਹ ਬਣ ਗਿਆ 371, ਤਾਂ 371 ਆ ਗਈ ਕਾਹਦੀ ਵੈਲੂ ਜੀ, ਐਕਸ ਦੀ। ਠੀਕ ਹੈ, ਇਹ ਫਾਰਮੂਲਾ ਕਾਹਦਾ ਜੀ, ਇਹ ਚੱਲਣਗੇ ਇਹ ਹੈਗਾ ਨੰਬਰ ਸਿਸਟਮ ਦਾ ਸਵਾਲ। ਠੀਕ ਹੈ ਜੀ, ਹੁਣ ਆਪਾਂ ਨੰਬਰ ਸਿਸਟਮ ਦਾ ਅਗਲਾ ਸਵਾਲ ਕਰਨ ਜਾਏ ਹਾਂ, ਉਹ ਤੁਸੀਂ ਧਿਆਨ ਨਾਲ ਦੇਖਿਓ। ਦੂਸਰਾ ਸਵਾਲ ਆ ਗਿਆ ਨੰਬਰ ਸਿਸਟਮ ਦਾ, 79 60 ਪਲੱਸ 29 56 ਮਾਈਨਸ 80 50 ਪਲੱਸ 40 28। ਹੁਣ ਦੱਸੋ ਬੱਚਿਓ ਕੀ ਕਰਾਂਗੇ। ਅੱਧੇ ਨੇ ਪਹਿਲਾਂ ਜਿਹੜੇ ਬੰਦੇ ਕੱਚੇ ਸੀ ਜਾਂ ਪਹਿਲੀ ਵਾਰ ਪੜ੍ਹ ਰਹੇ ਨੇ ਚੀਜ਼, ਉਹ ਕੀ ਕਰਨਗੇ ਚੀਜ਼ ਦੇ ਵਿੱਚ, ਉਹ ਸਿੱਧਾ ਪਹਿਲਾਂ ਇਹਨਾਂ ਦੋਨਾਂ ਦਾ ਪਲੱਸ ਕਰਨਗੇ। ਜਦੋਂ ਪਲੱਸ ਕਰਤਾ ਫਿਰ ਉਹ 'ਚੋਂ ਮਾਈਨਸ ਕਰਨਗੇ, ਫਿਰ ਮਾਈਨਸ ਕਰਕੇ ਫਿਰ ਪਲੱਸ ਕਰਨਗੇ। ਇਹ ਤਰੀਕਾ ਬਿਲਕੁਲ 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 ਗਲਤ ਹੈ। ਠੀਕ ਹੈ,
ਜਿਵੇਂ ਤੁਹਾਨੂੰ ਦੱਸਣਾ ਬੌਡ ਮਾਸ ਦਿਮਾਗ ਦੇ ਵਿੱਚ ਬਿਠਾ ਲਓ। ਸਭ ਤੋਂ ਪਹਿਲਾਂ ਆਹ ਬ੍ਰੈਕਟ ਹੱਲ ਕਰਨੀ ਹੈ, ਫਿਰ ਆਪਾਂ ਆਹ ਬ੍ਰੈਕਟ ਹੱਲ ਕਰਨੀ ਹੈ, ਫਿਰ ਆਪਾਂ ਭਾਗ ਹੱਲ ਕਰਨਾ, ਫਿਰ ਆਪਾਂ ਗੁਣਾ ਹੱਲ ਕਰਨੀ ਹੈ, ਫਿਰ ਆਪਾਂ ਪਲੱਸ, ਫਿਰ ਮਾਈਨਸ। ਆਹ ਚੀਜ਼ ਦਿਮਾਗ 'ਚ ਬਿਠਾ ਦਿਓ। ਇਹ ABC ਹੈ ਮੈਥ ਦੀ। ਜੇ ਤੁਸੀਂ ਇਹ ਗੱਲ ਵੀ ਨਾ ਦਿਮਾਗ 'ਚ ਬਿਠਾ ਸਕਦੇ ਫਿਰ ਪੇਪਰ ਕਲੀਅਰ ਕਰਨਾ ਬਹੁਤ ਔਖਾ ਹੋ ਜਾਊਗਾ। ਇੱਦੋਂ ਸੌਖੇ ਤਰੀਕੇ ਨਾਲ ਅਤੇ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦਾਅਵਾ ਕਰਦਾ, ਜੇ ਕੋਈ ਤੁਹਾਨੂੰ ਇੱਦੋਂ ਸੌਖਾ ਮੈਥ ਸਮਝਾ ਦੇ ਤਾਂ ਮੈਂ ਮੈਥ ਪੜ੍ਹਾਉਣਾ ਛੱਡ ਦੂੰਗਾ। ਇੱਦੋਂ ਸੌਖੇ ਤਰੀਕੇ ਨਾਲ ਦੱਸ ਦੇ, ਠੀਕ ਹੈ। ਮੈਂ ਨੋਟਸ ਵੀ ਜਮਾਂ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ ਨੋਟਸ ਬਣਾ ਕੇ ਲਿਆਉਣਾ ਆਪਣੇ, ਠੀਕ ਹੈ। ਅਤੇ ਇੱਦੋਂ ਥੱਲੇ ਦਾ ਬੇਟੇ, ਇੱਦੋਂ ਥੱਲੇ ਲੈਵਲ ਕੋਈ ਨਹੀਂ ਹੈਗਾ। ਇੱਦੋਂ ਥੱਲੇ ਦਾ ਲੈਵਲ ਸਮਝ ਲਓ ਐਂ ਹੈਗਾ ਕਿ ਜੇ ਆਪਾਂ ਕਿਸੇ ਅਨਪੜ੍ਹ ਬੰਦੇ ਨੂੰ ਵੀ ਸਿਖਾਈਏ ਨਾ, ਉਹ ਵੀ ਸਮਝਣ ਲੱਗ ਜੂਗਾ ਇੱਦੋਂ ਬਾਅਦ। ਚੱਲ ਮੰਨਦੇ ਆ ਪਹਿਲੀ ਵਾਰ ਹਰੇਕ ਚੀਜ਼ ਔਖੀ ਹੁੰਦੀ ਆ, ਇਹ ਗੱਲ ਨਹੀਂ ਮੈਂ ਕਹਿੰਦਾ, ਪਰ ਮੈਥ ਦੀ ਪ੍ਰੈਕਟਿਸ ਨਾ, ਜਿਹੜੀ ਪ੍ਰੈਕਟਿਸ ਹੀ ਮੈਥ ਦੀ ਸਿਰਾ ਲਵਾਉਂਦੀ ਹੁੰਦੀ ਹੈ। ਜਿਵੇਂ ਜਿਹੜੇ ਬੱਚੇ ਕਹਿੰਦੇ ਸੀ ਸਰ GK ਬਾਹਰੋਂ ਆ ਜੂ, GK ਬਾਹਰੋਂ ਆ ਜੂ, ਜੇ ਤੁਹਾਨੂੰ ਵਹਿਮ ਹੈ ਕਿ GK ਬਾਹਰੋਂ ਆ ਜੂਗੀ ਤਾਂ ਫਿਰ ਤੁਸੀਂ ਇੱਧਰ ਜ਼ੋਰ ਲਾ ਦਿਓ। ਹੁਣ ਇਹ ਤਾਂ ਨਹੀਂ ਬਾਹਰੋਂ ਆ ਸਕਦਾ, ਠੀਕ ਹੈ ਨਾ। ਇਹ ਤਾਂ ਅੰਦਰੋਂ ਹੀ ਆਊਗਾ ਮੈਥ ਤਾਂ, ਰੀਜਨਿੰਗ ਵੀ ਅੰਦਰੋਂ ਆਊਗੀ, ਕੰਪਿਊਟਰ ਵੀ ਅੰਦਰੋਂ ਆਊਗਾ, ਠੀਕ ਹੈ। ਪੰਜਾਬ GK ਵੀ ਅੰਦਰੋਂ ਆਊਗੀ। ਕਰੰਟ ਅਫੇਅਰ ਚਲੋ ਮੰਨਦੇ ਆ, ਕਰੰਟ ਅਫੇਅਰ ਮਾੜੇ ਮੋਟੇ ਇੱਕ ਅੱਧਾ ਕੋਈ 5 ਕਰੰਟ ਅਫੇਅਰ ਵਿੱਚ ਇੱਕ ਅੱਧਾ ਬਾਹਰ ਆ ਜੇ। ਅਤੇ ਬਾਕੀ ਦੇਖੋ, ਜੇ ਕੋਈ ਵੀ ਪੇਪਰ ਪਾਉਂਦਾ ਕੋਈ ਵੀ ਬੰਦਾ, ਉਹ 100 ਦੇ ਵਿੱਚੋਂ 90 ਨੰਬਰਾਂ ਦਾ ਪੇਪਰ ਹੀ ਪਾਉਂਦਾ ਹੁੰਦਾ। 10 ਸਵਾਲ ਇਹੋ ਜਿਹੇ ਹੁੰਦੇ ਆ ਜਿਹੜੇ ਕਿਸੇ ਨੂੰ ਵੀ ਨਹੀਂ ਆਉਂਦੇ ਹੁੰਦੇ, ਠੀਕ ਹੈ। ਜਾਂ 10 ਸਵਾਲ ਉਹ ਇਹੋ ਜਿਹੇ ਪਾ ਦਿੰਦੇ ਜਿਹੜੇ ਗਲਤ ਹੋਣ ਜਾਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਾ ਹੋਵੇ। ਇਹੋ ਜਿਹੇ ਸਵਾਲ ਕਿਉਂ ਪਾਉਂਦੇ ਹੁੰਦੇ ਆ? ਕਿਉਂਕਿ ਉਹ ਉੱਥੇ ਆਪਾਂ ਲਾਉਣੇ ਹੁੰਦੇ ਆ ਤੁੱਕਾ। ਤੁੱਕੇ ਕਰਕੇ ਜੋ ਨੈਗੇਟਿਵ ਮਾਰਕਿੰਗ ਹੁੰਦੇ ਨੰਬਰ ਕੱਟੇ ਜਾਂਦੇ। ਪਹਿਲੀ ਗੱਲ ਤੁਹਾਨੂੰ ਇੱਕ ਗੱਲ ਦੱਸਦਾ, ਅੱਧੇ ਬੱਚੇ ਨੂੰ ਇਹ ਹੈ ਕਿ ਨੈਗੇਟਿਵ ਮਾਰਕਿੰਗ ਹੋਊਗੀ ਕਿ ਨਹੀਂ ਹੋਊਗੀ। ਪਹਿਲਾਂ ਤਾਂ ਇਹ ਗੱਲ ਸੁਣ ਲਓ। ਇੱਕ ਆਪਣੀ ਵੀਡੀਓ ਲਾਈਕ ਕਰ ਦਿਓ, ਪਹਿਲਾਂ ਵੀਡੀਓ ਲਾਈਕ ਕਰ ਦਿਓ ਆਪਣੀ, ਠੀਕ ਹੈ। ਦੇਖੋ ਨੈਗੇਟਿਵ ਮਾਰਕਿੰਗ ਬਾਰੇ ਗੱਲ ਕਰਦੇ ਹਾਂ ਆਪਾਂ। ਪਿਛਲੀ ਵਾਰ ਜਿਹੜੇ ਪੇਪਰ ਹੋਏ ਸੀ ਉਹਨਾਂ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਹੈ ਨਹੀਂ ਸੀ। ਜਿਹੜੀ ਪੇਪਰ ਦੇ ਵਿੱਚ ਪਹਿਲਾਂ ਫਿਜ਼ੀਕਲ ਟਰਾਇਲ ਹੋਵੇ ਉਹਦੇ ਵਿੱਚ ਕਦੇ ਵੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ, ਠੀਕ ਹੈ ਜੀ। ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਦੂਸਰੀ ਗੱਲ, ਬੱਚੇ ਪੁੱਛਦੇ ਸਰ ਪੇਪਰ ਦਾ ਲੈਵਲ ਕੀ ਹੋਊਗਾ? ਦੇਖੋ ਪੇਪਰ ਆਊਗਾ ਤੁਹਾਨੂੰ 2 ਭਾਸ਼ਾਵਾਂ ਦੇ ਵਿੱਚ, ਠੀਕ ਹੈ। ਪੇਪਰ 2 ਭਾਸ਼ਾਵਾਂ ਦੇ ਵਿੱਚ ਆਊਗਾ ਤੁਹਾਨੂੰ। ਕਿਹੜਾ? ਪੰਜਾਬੀ ਦੇ ਵਿੱਚ ਪਲੱਸ ਇੰਗਲਿਸ਼ ਦੇ ਵਿੱਚ, ਠੀਕ ਹੈ। ਇੱਕ ਪ੍ਰਸ਼ਨ ਤੁਹਾਨੂੰ 2 ਵਾਰੀ ਦਿੱਤਾ ਵਾ ਹੋਊਗਾ। ਤੁਹਾਡਾ ਪੇਪਰ ਹੋਣਾ OMR ਸ਼ੀਟ 'ਤੇ। OMR ਸ਼ੀਟ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਆਪਾਂ ਨਿਸ਼ਾਨੀਆਂ ਚਲਾਉਣੇ ਹੁੰਦੇ ਆ, ਠੀਕ ਹੈ। ਉਹਨੂੰ ਕਹਿੰਦੇ ਨੇ OMR ਸ਼ੀਟ। ਓਪਟੀਕਲ ਸ਼ੀਟ ਕਹਿੰਦੇ ਹੁੰਦੇ ਇਹਨੂੰ, ਠੀਕ ਹੈ ਜੀ। ਅਤੇ ਇਹ ਹੁੰਦੀ ਹੈ OMR ਸ਼ੀਟ, ਓਪਟੀਕਲ ਮਾਰਕ ਰੀਡਰ, ਠੀਕ ਹੈ। ਓਪਟੀਕਲ ਮਾਰਕ ਰੀਡਰ ਇਹਦੀ ਫੁੱਲ ਫਾਰਮ ਹੁੰਦੀ ਹੈ। ਅਤੇ ਉਹਦੇ ਵਿੱਚ ਆਪਣੀ ਸ਼ੀਟ ਪਾ ਦਿੰਦੇ ਹੁੰਦੇ ਆ ਅਤੇ ਆਪਣਾ ਮਤਲਬ ਆਨਸਰ ਆ ਜਾਂਦਾ ਹੁੰਦਾ। ਇਹ ਹੁੰਦੀ ਹੈ ਗੱਲ। 2 ਲੈਂਗੁਏਜ 'ਚ ਆਉਣਾ। ਨੈਗੇਟਿਵ ਮਾਰਕਿੰਗ ਪਿਛਲੀ ਵਾਰ ਤਾਂ ਹੈ ਨਹੀਂ ਸੀ ਬੱਚਿਓ, ਠੀਕ ਹੈ। ਪਿਛਲੀ ਵਾਰ ਤਾਂ ਹੈ ਨਹੀਂ ਸੀ, ਮੈਂ ਲਿਖ ਕੇ ਦੇਣ ਨੂੰ ਤਿਆਰ, ਪਰ ਐਤਕੀ ਕੁਛ ਕਹਿ ਨਹੀਂ ਸਕਦੇ। 100% ਐਤਕੀ ਵੀ ਨਹੀਂ ਨੈਗੇਟਿਵ ਮਾਰਕਿੰਗ ਨਹੀਂ ਹੋਣੀ, ਠੀਕ ਹੈ। ਤੀਸਰੀ ਗੱਲ, ਇੱਕ ਅੱਧੇ ਬੱਚੇ ਪੁੱਛ ਰਹੇ ਸੀ, ਕੀ ਪੁੱਛ ਰਹੇ ਸੀ, ਮੇਰੇ ਦਿਮਾਗ 'ਚੋਂ ਗੱਲ ਨਿਕਲ ਗਈ, 1 ਮਿੰਟ। ਓਕੇ ਜੀ। ਅਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਅਗਲਾ ਸਵਾਲ। ਉਹ ਸਵਾਲ ਕੀ ਹੈ? ਦੇਖੋ ਜੀ, ਇਹ ਆਪਾਂ ਨੂੰ ਦੇਤਾ 475 ਪਲੱਸ 950 ਦਾ 64% 900 ਪਲੱਸ X, ਠੀਕ ਹੈ। ਐਂ ਸਵਾਲ ਦੇਣਗੇ ਤੁਹਾਨੂੰ। 475 ਪਲੱਸ 950 ਦਾ, ਪੰਜਾਬੀ ਦਾ 64% ਬਰਾਬਰ 900 ਪਲੱਸ X। ਇਹ ਕਹਿੰਦੇ ਜਿਹੜੀ ਆਹ ਸਾਰੀ ਚੀਜ਼ ਦੀ ਵੈਲੂ ਹੈਗੀ, ਠੀਕ ਹੈ, ਉਹ ਜਿੰਨੀ ਵੈਲੂ ਇਹਦੀ ਆ ਉਨੀ ਵੈਲੂ ਇਹਦੀ ਹੈ, ਠੀਕ ਹੈ। ਅਤੇ ਜਿੰਨੀ ਵੈਲੂ ਇਹਦੀ ਆਊਗੀ ਆਪਾਂ ਦੇਖਣਾ ਕਿ ਇੱਧਰ ਕਿੰਨੀ ਵੈਲੂ ਭਰੀ ਹੈਗੀ, ਇਹਨਾਂ ਦੋਨਾਂ ਦੀ ਵੈਲੂ ਬੈਲੈਂਸ ਹੋ ਜਾਏ ਆਪਸ ਦੇ ਵਿੱਚ। ਇਹਨਾਂ ਦੀ ਵੈਲੂ ਇੱਕੋ ਜਿਹੀ ਹੋ ਜਾਏ, ਇਹਨਾਂ ਦੀ ਵੈਲੂ ਇੱਕੋ ਜਿਹੀ ਹੋ, ਜਿੰਨਾ ਇਹਨਾਂ ਦੀ ਵੈਲੂ ਆਊਗੀ ਅਤੇ ਇੱਧਰ 900 ਦੇ ਵਿੱਚ ਕਿੰਨੇ ਜੋੜੀਏ ਕਿ ਉਨੀ ਵੈਲੂ ਆ ਜਾਏ। ਉਹਦੇ ਵਾਸਤੇ ਆਪਾਂ ਕੀ ਕਰਾਂਗੇ? ਦੇਖੋ, ਜਦੋਂ 475 ਪਲੱਸ 950 ਕਰਨਾ ਤਾਂ ਜਿੱਥੇ ਵੀ ਕਿਤੇ ਦਾ ਆ ਗਿਆ ਬੱਚਿਓ, ਜਿੱਥੇ ਵੀ ਕਿਤੇ ਦਾ ਆ ਗਿਆ, ਸਭ ਤੋਂ ਪਹਿਲਾਂ ਜੇ ਭਾਗ ਵੀ ਆ ਗਈ ਕਿਤੇ ਵਿੱਚ, ਕੁਛ ਨਹੀਂ ਛੇੜਨਾ, ਆਪਾਂ ਛੇੜਾਂਗੇ ਦਾ ਦਾ ਮਤਲਬ ਕੀ ਹੁੰਦਾ? ਗੁਣਾ। ਇੱਕ ਪਾਸੇ ਤੁਹਾਨੂੰ ਪੇਪਰ ਦੇ ਵਿੱਚ ਦਾ ਮਿਲ ਗਿਆ, ਦੇਖ ਲਿਆ ਉਸੇ ਸਵਾਲ ਦੇ ਵਿੱਚ, ਉਸੇ ਸਵਾਲ 'ਚ ਅੱਗੇ ਤੁਹਾਨੂੰ ਗੁਣਾ ਪਈ ਹੈ, ਠੀਕ ਹੈ। ਤਾਂ ਤੁਸੀਂ ਪਹਿਲਾਂ ਦਾ ਹੱਲ ਕਰਨਾ। ਜੇ ਭਾਗ ਪਿਆ, ਭਾਗ ਤੋਂ ਪਹਿਲਾਂ ਵੀ ਆਪਾਂ ਦਾ ਹੱਲ ਕਰਨਾ, ਭਾਵੇਂ ਦਾ ਮਤਲਬ ਹੈ ਹੀ ਗੁਣਾ, ਪਰ ਆਪਾਂ ਦਾ ਪਹਿਲਾਂ ਹੱਲ ਕਰਨਾ, ਠੀਕ ਹੈ। ਦੁਬਾਰੇ ਫੇਰ ਸੁਣ ਲਓ ਇਹੀ ਗੱਲ। ਜੇ ਆਪਾਂ ਨੂੰ ਕੋਈ ਇਹੋ ਜਿਹਾ ਸਵਾਲ ਆ ਗਿਆ, ਉਹਦੇ ਵਿੱਚ ਭਾਗ ਵੀ ਪਈ ਹੈ, ਠੀਕ ਹੈ, ਗੁਣਾ ਵੀ ਪਈ ਹੈ, ਮਾਈਨਸ ਵੀ ਪਈ ਹੈ, ਪਲੱਸ ਵੀ ਪਈ ਹੈ, ਪਰ ਜੇ ਉਹਦੇ 'ਚ ਦਾ ਆ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਦਾ ਹੱਲ ਕਰਾਂਗੇ। ਅਤੇ ਦਾ ਮਤਲਬ ਕੀ ਹੁੰਦਾ? ਦਾ ਮਤਲਬ ਹੁੰਦਾ ਗੁਣਾ। ਇੱਕ ਤਾਂ ਦਾ ਮਤਲਬ ਗੁਣਾ ਹੁੰਦਾ, ਇੱਕ ਜੇ ਇਕੱਲੀ ਗੁਣਾ ਪਈ ਹੈ ਅਤੇ ਇੱਕ ਦਾ ਵਾਲੀ ਗੁਣਾ ਪਈ ਹੈ ਤਾਂ ਦੋਨਾਂ ਦਾ ਮਤਲਬ, ਦੋਨਾਂ ਨਾਲੋਂ ਇਹਦੀ ਵੈਲੂ ਵੱਧ ਹੋਊਗੀ। ਪਹਿਲ ਨੰਬਰ 'ਤੇ ਆਪਾਂ ਇਹਨੂੰ ਹੱਲ ਕਰਾਂਗੇ, ਠੀਕ ਹੈ। ਅਤੇ ਪਰਸੈਂਟ ਹੈ, ਜਿਹੜਾ ਪਰਸੈਂਟ ਹੁੰਦਾ, ਪਰਸੈਂਟ ਦੀ ਵੈਲੂ ਹਮੇਸ਼ਾ
100 ਹੁੰਦੀ, ਇਹ ਗੱਲ ਯਾਦ ਰੱਖਣਾ। परसेंट ਦਾ ਹਮੇਸ਼ਾ ਕਿੰਨਾ ਲੱਗਦਾ ਹੁੰਦਾ? 100 ਲੱਗਦਾ ਹੁੰਦਾ। ਦੇਖੋ ਹੁਣ ਆਪਾਂ ਕਰਦੇ ਹਾਂ ਸਵਾਲ। ਆ ਗਿਆ ਨਾ। ਹੁਣ ਗੁਣਾ 64/100 ਲੱਗ ਜੂਗਾ ਇਜ਼ੀਕਲ ਟੂ 900 ਪਲੱਸ ਐਕਸ। ਇਹਨੂੰ ਆਪਾਂ ਉਵੇਂ ਲਈ ਫਿਰਾਂਗੇ ਹਜੇ। ਓਕੇ, ਅਤੇ ਪਹਿਲਾਂ ਆਪਾਂ ਹੁਣ ਆਪਾਂ ਇੰਨੀ ਨਹੀਂ ਹੱਲ ਕਰ ਲਈਏ, ਗੁਣਾ ਵਾਲੀ ਇੰਨੀ ਚੀਜ਼ ਨੂੰ ਹੱਲ ਕਰ ਲਈਏ। 0 ਨਾਲ 0 ਕੱਟੀ ਗਈ, ਠੀਕ ਹੈ, ਜਿਹਦੇ ਨਾਲ 0 ਕੱਟਤੀ ਆਪਾਂ। ਇਸ ਤੋਂ ਬਾਅਦ ਪਹਾੜਾ ਦੇਖਣਾ ਹੁੰਦਾ। ਆਹ 5 ਦੇ ਪਹਾੜੇ 'ਤੇ ਜਾਊਗਾ ਨਾ, 5 ਦੂਣੀ 10 ਅਤੇ 475 ਨੂੰ ਜੇ ਆਪਾਂ 5 'ਤੇ ਵੰਡੀਏ, 9 5 45, 5 5 25, ਠੀਕ ਹੈ, ਜਿਹਦੇ ਨਾਲ 0 ਕੱਟੀ ਗਈ। ਆਹ ਕਿੰਨੇ 'ਤੇ ਕੱਟਿਆ ਜਾਊਗਾ? 95 'ਤੇ। ਹਾਂ, 95 'ਤੇ ਵੰਡਿਆ ਜਾਊਗਾ। ਆਹ 5 ਦੂਣੀ 10 ਅਤੇ 475 ਜਦੋਂ ਆਪਾਂ 5 'ਤੇ ਵੰਡਾਂਗੇ ਤਾਂ 95 ਆ ਜਾਊਗਾ, ਠੀਕ ਹੈ। ਇੱਧਰ ਥੱਲੇ ਕਿੰਨਾ ਰਹੇਗਾ? ਥੱਲੇ ਬਚ ਗਿਆ 2, 2 ਨੂੰ ਆਪਾਂ ਇਹਦੇ 'ਤੇ ਵੰਡ ਦਿੰਦੇ ਹਾਂ। ਇਹ ਕਿੰਨੀ ਰਕਮ ਬਣ ਗਈ? 95 ਪਲੱਸ 95 ਪਲੱਸ 32 ਇਜ਼ੀਕਲ ਟੂ 900 ਪਲੱਸ ਐਕਸ। ਇਹ ਤਾਂ ਤੋੜ ਮਰੋੜ ਕੇ ਇੰਨੀ ਕੁ ਵੈਲੂ ਬਣ ਗਈ, ਠੀਕ ਹੈ। ਅਤੇ 95 ਅਤੇ ਪਲੱਸ 95 ਕਿੰਨੇ ਹੁੰਦੇ ਆ? 180 ਅਤੇ 190 ਹੁੰਦੇ ਆ। 190 ਦੇ ਵਿੱਚ ਜਦੋਂ ਆਪਾਂ 32 ਜੋੜੇ ਕਿੰਨੇ ਬਣ ਗਏ? 190 ਦੇ ਵਿੱਚ ਜਦੋਂ ਆਪਾਂ 32 ਜੋੜੇ ਜੀ, ਇਹ ਬਣ ਗਏ 2 12 222। ਇਹ ਬਣ ਗਏ 222 222। ਅਤੇ ਜਿਹੜਾ ਪਲੱਸ ਦਾ 900 ਆ, ਇਹਨੂੰ ਆਪਾਂ ਇੱਧਰ ਲਿਆਵਾਂਗੇ, ਇਹ ਬਣ ਜੂ ਮਾਈਨਸ ਦਾ 900, ਠੀਕ ਹੈ। ਅਤੇ ਇੱਧਰ ਕਿੰਨਾ ਰਹਿ ਗਿਆ? ਮੰਗ ਰਹਿ ਗਿਆ ਐਕਸ, ਠੀਕ ਹੈ। ਜੇ 900 ਦੇ ਵਿੱਚ ਆਪਾਂ ਜਿਹੜੀ ਚੀਜ਼ ਘਟਾਵਾਂਗੇ ਉਹ ਇਹਦਾ ਆਨਸਰ ਆ ਜਾਊਗਾ ਸਵਾਲ ਦਾ ਆਪਣੇ ਦਾ, ਠੀਕ ਹੈ ਜੀ। ਜੋ ਆਪਾਂ ਨੂੰ ਇੱਧਰ ਲੈ ਕੇ ਆਵਾਂਗੇ ਉਹਦਾ ਹੱਲ ਹੋ ਜਾਊਗਾ, ਆਨਸਰ ਆ ਜਾਊਗਾ। ਓਕੇ, ਇਹ ਸਵਾਲ ਆਪਣਾ। ਅਤੇ ਇਸ ਤੋਂ ਬਾਅਦ ਆਪਾਂ ਸਵਾਲ ਇੱਕ ਸਵਾਲ ਹੋਰ ਕਰਾਂਗੇ ਆਪਾਂ, ਠੀਕ ਹੈ ਜੀ। ਉਹ ਲਾਸਟ ਸਵਾਲ ਆਪਣਾ। ਇਸ ਤੋਂ ਬਾਅਦ ਕੱਲ੍ਹ ਨੂੰ ਆਪਾਂ ਸਵਾਲ ਕਰਾਂਗੇ ਬਾਕੀ। ਅੱਜ ਤੁਹਾਨੂੰ ਮੈਂ ਥੋੜ੍ਹੇ ਸਵਾਲ ਕਰਵਾਉਣਾਗਾ। ਇਹ ਸਵਾਲ ਤੁਸੀਂ ਆਪ ਵੀ ਕੱਢ ਕੇ ਦੇਖਿਓ। ਇਹ ਸਵਾਲ ਆਪਾਂ ਨੇ ਜਿਵੇਂ ਦੇਣਗੇ 3642 ਗੁਣਾ 1/2 ਪਲੱਸ ਐਕਸ ਦਿੱਤੀ ਹੈ, ਤਾਂ ਐਕਸ ਦੇ ਬਟਾ 1 ਆਪਦੇ ਕੋਲੋਂ ਲਾ ਲਓ ਦਾ 15% ਬਰਾਬਰ 2479। ਅਤੇ ਹੁਣ ਆਪਾਂ ਇੱਥੇ ਐਕਸ ਦੀ ਵੈਲੂ ਪਤਾ ਕਰਨੀ ਹੈ ਕਿੰਨੀ ਹੋਊਗੀ, ਠੀਕ ਹੈ। ਇਹ ਸਵਾਲ ਤੁਸੀਂ ਆਪ ਦੇਖ ਕੇ ਆਪ ਵੀ ਕੱਢ ਕੇ ਦੇਖਿਓ। ਇਹਨੂੰ ਆਪਾਂ ਕਿਵੇਂ ਹੱਲ ਕਰਾਂਗੇ? ਦੇਖੋ ਜੀ, 3642 ਗੁਣਾ 1/2 ਪਲੱਸ x/1। ਜਦੋਂ ਆਪਾਂ ਦੱਸਿਆ ਸੀ ਮੈਨੂੰ ਦਾ ਨੂੰ ਹਮੇਸ਼ਾ ਪਹਿਲਾਂ ਹੱਲ ਕਰਾਂਗੇ ਗੁਣਾ, ਅਤੇ 15/100 ਲੱਗ ਜੂਗਾ। ਓਕੇ ਜੀ, ਇੱਧਰ ਕਿੰਨਾ ਆ ਜੂਗਾ? 2249। ਤਾਂ ਜਦੋਂ ਆਪਾਂ ਉਹ ਚੀਜ਼ ਹੱਲ ਕਰਾਂਗੇ ਇਹ ਆਪਸ ਦੇ ਵਿੱਚ ਗੁਣਾ ਨਹੀਂ ਹੋ ਜਾਣਗੇ, ਠੀਕ ਹੈ। ਜੋ ਵਿਚਾਲੇ ਗੁਣਾ ਨਹੀਂ ਨਿਸ਼ਾਨੀਆਂ, ਇਹ ਕਿੰਨਾ ਬਣ ਜੂਗਾ? 3642 ਗੁਣਾ 1/2 ਪਲੱਸ 15x/100, ਠੀਕ ਹੈ ਜੀ। ਇੱਧਰ ਬਣ ਗਿਆ 2249। ਹੁਣ ਆਪਾਂ ਕੀ ਕਰਾਂਗੇ? ਠੀਕ ਹੈ, ਹੁਣ ਆਪਾਂ ਕਰਾਂਗੇ ਇਹਨਾਂ ਨੂੰ ਹੱਲ। ਇਹਨੂੰ ਆਪਾਂ ਕੱਟ ਦਈਏ 3b ਕਿੰਨਾ ਬਣ ਗਿਆ? ਬਣ ਕੇ ਇਹ ਰਕਮ ਬਣ ਗਈ 3242 ਗੁਣਾ 1/2 ਪਲੱਸ 3x/b। ਹੁਣ ਆਪਾਂ ਕੀ ਕਰੀਏ? ਹੁਣ ਆਪਾਂ ਇਹਨੂੰ ਵੰਡ ਦਈਏ। ਜਦੋਂ ਆਪਾਂ ਇਹਨੂੰ ਵੰਡਤਾ ਇਹ 'ਤੇ 2 'ਤੇ ਕਰਤਾ, ਇੱਥੇ ਆ ਜਾਊਗਾ 21, ਇੱਥੇ 1921। ਹਾਂ, 1921 ਕੀ ਰਕਮ ਬਣ ਗਈ ਬੱਚੋ ਸਾਰੀ ਆਪਣੇ ਕੋਲੇ? 1921 ਪਲੱਸ 3x/b। ਆਹ ਰਕਮ ਬਣ ਗਈ, ਠੀਕ ਹੈ ਜੀ। ਆਹ ਰਕਮ ਆਪਣੇ ਕੋਲੇ ਬਣ ਗਈ। ਹੁਣ ਤੁਸੀਂ ਇੱਥੋਂ ਤੱਕ ਯਾਦ ਕਰ ਲਓ। ਇਸ ਤੋਂ ਬਾਅਦ ਆਪਾਂ ਸਾਰਾ ਮਟੇ ਕੇ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ। 1921 ਪਲੱਸ 1921 3xb। ਆਹ ਰਕਮ ਬਣ ਗਈ, ਠੀਕ ਹੈ ਜੀ। ਦੁਬਾਰਾ ਆਪਣੇ ਕੋਲੇ ਹੁਣ ਆਪਾਂ ਇਹ ਸਵਾਲ ਦਾ ਕਰਾਂਗੇ ਲਘੁੱਤਮ। ਲਘੁੱਤਮ ਕਿੰਨਾ ਬਣ ਜੂਗਾ? ਲਘੁੱਤਮ ਆ ਜੂਗਾ ਇਹਦਾ 20। ਲਘੁੱਤਮ ਜਦੋਂ 20 ਆ ਗਿਆ, ਠੀਕ ਹੈ ਜੀ। ਪਹਿਲੀ ਗੱਲ ਤਾਂ ਤੁਹਾਨੂੰ, ਚੱਲ ਤੁਸੀਂ ਇਹ ਸਵਾਲ ਛੱਡੋ, ਤੁਹਾਨੂੰ ਮੈਂ ਕੱਲ੍ਹ ਨੂੰ ਲਘੁੱਤਮ ਕਰਨਾ ਸਿਖਾਊਂ। ਅੱਧੇ ਬੱਚਿਆਂ ਨੂੰ ਪਤਾ ਨਹੀਂ, ਚੱਲ ਜਿਨ੍ਹਾਂ ਨੂੰ ਪਤਾ ਲਘੁੱਤਮ ਬਾਰੇ ਅਤੇ ਉਹ ਸਮਝ ਲਓ। ਕੱਲ੍ਹ ਨੂੰ ਮੈਂ ਤੁਹਾਨੂੰ ਪਹਿਲਾਂ ਲਘੁੱਤਮ ਕਰਨੀ ਸਿਖਾਊਂਗਾ ਕਿ ਲਘੁੱਤਮ ਕਿਵੇਂ ਕਰੀਦਾ ਹੁੰਦਾ ਗਾ, ਠੀਕ ਹੈ। ਕੱਲ੍ਹ ਨੂੰ ਆਪਾਂ ਇੱਕ ਲਘੁੱਤਮ ਕਰਾਂਗੇ ਅਤੇ ਇੱਕ ਤੁਹਾਨੂੰ ਮੈਂ ਸਕੇਅਰ ਕੱਢਣਾ ਸਿਖਾਊਂਗਾ। ਦੋ ਚੀਜ਼ਾਂ ਸਿਖਾਵਾਂ, ਪਹਿਲਾਂ ABC ਸਿਖਾਵਾਂ ਯਾਰ, ਠੀਕ ਹੈ। ਦੇਖੋ 20 ਆ ਗਿਆ,
ਜਦੋਂ ਆਪਾਂ 20 ਏਕਮ 20 ਕੀਤਾ ਤਾਂ ਇੱਥੇ ਜਦੋਂ 20 ਏਕਮ ਕੀਤਾ 20 ਦੇ ਤੋਂ ਬਾਅਦ ਇਹਦਾ ਗੁਣਾ ਕਰਨੀ ਪਊਗੀ ਤੇ ਆਨਸਰ ਕਾਫੀ ਵੱਡਾ ਵਗ ਜੂ। ਤੁਹਾਨੂੰ ਮੈਂ ਕੱਲ੍ਹ ਨੂੰ ਸਿਖਾਊਂਗਾ ਜਿਹੜੇ ਇਹ ਸਵਾਲ, ਕਿਉਂਕਿ ਇਹਦੇ ਵਿੱਚ ਹੁਣ ਹੋਣਾ ਲਘੁੱਤਮ ਕਰਕੇ ਤੁਹਾਨੂੰ ਅੱਧੇ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗਣਾ, ਇਹਦੇ ਵਿੱਚ ਤੁਸੀਂ ਉਲਝ ਜਾਓਗੇ। ਠੀਕ ਹੈ, ਅਤੇ ਉਸ ਤੋਂ ਪਹਿਲਾਂ ਕਿ ਆਪਾਂ ਜਿਹੜੇ ਪਿਛਲੀ ਵਾਰ ਸਵਾਲ ਕੱਢ ਕੇ ਗਏ ਸੀ ਉਹਨਾਂ 'ਤੇ ਇੱਕ ਚਰਚਾ ਕਰ ਲਈਏ ਆਪਾਂ। ਅੱਧੇ ਬੱਚਿਆਂ ਨੂੰ ਸਵਾਲ ਆਏ ਨੇ, ਉਹ ਸਵਾਲ ਕਿਹੜੇ ਕਿਹੜੇ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ।